जी सत श्रीकाल जी सारिਆਂ ਨੂੰ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦੇ ਉਮੀਦ ਕਰਦਾ ਠੀਕ ਠਾਕ ਹੋਵੋਗੇ ਜਿੱਥੇ ਵੀ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਸੋ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤਿੰਨ ਮੁੱਦਿਆਂ ਤੇ ਗੱਲਬਾਤ ਕਰਨੀ ਹੈ ਤੇ ਤਿੰਨੇ ਮੁੱਦਿਆਂ ਦੇ ਉੱਤੇ ਕਾਫੀ ਜ਼ਿਆਦਾ ਬੰਦਿਆਂ ਦਾ ਰੁਝਾਨ ਹੋਇਆ ਪਿਆ ਸੋ ਪਹਿਲਾ ਮੁੱਦਾ ਆਪਾਂ ਵੋਟਾਂ ਦੀ ਗੱਲ ਨਹੀਂ ਕਰਨ ਲੱਗੇ ਸੋ ਆਪਾਂ ਸਪਾਊਸ ਓਪਨ ਵਰਕ ਪਰਮਿਟ ਦੇ ਬਾਰੇ ਗੱਲ ਕਰਾਂਗੇ ਨਾਲ ਦੀ ਨਾਲ ਬੈਕਲੌਗ ਦੇ ਬਾਰੇ ਗੱਲ ਕਰਾਂਗੇ ਸੋ ਸਵਾਲ ਇੱਕ ਵਾਰੀ ਜ਼ਰੂਰ ਸੁਣ ਲਓ ਸੋ ਇਹਨਾਂ ਸਾਰਿਆਂ ਤੇ ਸਾਡੇ ਨਾਲ ਚਰਚਾ ਕਰਨ ਦੇ ਲਈ ਅਮਨਦੀਪ ਸਿੰਘ ਢਿੱਲੋਂ RCIC ਸਾਡੇ ਨਾਲ ਜੁੜੇ ਹੋਏ ਆ ਸੋ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਜੀ ਮੇਰਾ ਨਾਮ ਅਮਨਦੀਪ ਢਿੱਲੋਂ ਹੈ ਤੇ ਮੈਂ RCIC ਹਾਂ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਤੇ ਅਸੀਂ ਲਗਾਤਾਰ ਇੱਥੇ ਆਉਂਦੇ ਰਹਿੰਦੇ ਹਾਂ ਤੁਹਾਡੇ ਜੋ ਵੀ ਅਪਡੇਟ ਹੁੰਦੇ ਨੇ ਉਹਨਾਂ ਬਾਰੇ ਗੱਲ ਕਰਨ ਬਾਰੇ ਬਾਈ ਜੀ ਤਿੰਨ ਸਵਾਲਾਂ ਤੇ ਆਪਾਂ ਗੱਲਬਾਤ ਕਰਨੀ ਆ ਸੋ ਪਹਿਲਾ ਸਵਾਲ ਮੈਂ ਤੁਹਾਨੂੰ ਦੱਸ ਦਿਆਂ ਵੀ ਕਿਹੜੇ ਕਿਹੜੇ ਸਵਾਲ ਆ ਪਹਿਲਾ ਸਵਾਲ ਹੈਗਾ ਕਿ ਸਪਾਊਸ ਓਪਨ ਵਰਕ ਪਰਮਿਟ ਦੇ ਰਿਜ਼ਲਟ ਤੇ ਪ੍ਰੋਸੈਸਿੰਗ ਟਾਈਮ ਜੀ ਕਿਉਂਕਿ 50 ਵੀਕ ਦਾ ਜਿਹੜਾ ਸ਼ੋਅ ਕੀਤਾ ਜਾ ਰਿਹਾ ਸੋ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਆ ਨਾਲ ਦੀ ਨਾਲ ਗੱਲਬਾਤ ਕਰਨੀ ਹੈ ਕਿ ਇੱਕ ਅਫਵਾਹ ਜੀ ਇੱਕ ਗੱਲਬਾਤ ਜੀ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਕਹਿੰਦੇ ਕਿ ਬੈਕਲੌਗ ਜਿਹੜਾ ਹੈਗਾ ਉਹ ਅਗਲੇ 6 ਮਹੀਨਿਆਂ ਦੇ ਵਿੱਚ ਚੱਕ ਦੇਣਾ ਕਲੀਅਰ ਕਰ ਦੇਣਾ ਸੋ ਉਹਦੇ ਉੱਤੇ ਤੁਸੀਂ ਥੋੜੀ ਜੀ ਚਾਨਣਾ ਪਾਇਓ ਜਾਨੀ ਕਿ ਵਿਚਾਰ ਦਿਓ ਆਪਣੇ ਤੇ ਤੀਜਾ ਸਵਾਲ ਬਹੁਤ ਜ਼ਿਆਦਾ ਅਹਿਮ ਆ ਬਹੁਤ ਸਾਰੇ ਸਪਾਊਸ ਓਪਨ ਵਰਕ ਪਰਮਿਟ ਵਾਲੇ ਐਪਲੀਕੈਂਟਸ ਦੀਆਂ ਫਾਈਲਾਂ ਲੱਗੀਆਂ ਹੋਈਆਂ ਸੋ ਉਹਨਾਂ ਨੂੰ ਡਾਕੂਮੈਂਟ ਰਿਕੁਐਸਟ ਆਉਂਦੀ ਆ ਤੇ ਨਾਲ ਦੀ ਨਾਲ ਮੈਡੀਕਲ ਰਿਕੁਐਸਟ ਆਉਣ ਤੋਂ ਬਾਅਦ ਰਿਫਿਊਜ਼ ਕੀਤਾ ਜਾ ਰਿਹਾ ਸੋ ਕੀ ਕਾਰਨ ਨੇ ਜਿਹੜੇ ਇਹ ਰਿਫਿਊਜ਼ਲਸ ਆ ਰਹੀਆਂ ਸੋ ਉਹਨਾਂ ਤੇ ਮਾੜਾ ਜਿਹਾ ਚਾਨਣਾ ਪਾਇਓ ਸੋ ਇੱਕ ਹੋਰ ਇਹਦੇ ਨਾਲ ਐਡ ਆਨ ਕਰ ਦਿੰਦੇ ਆ ਕਿ ਨਵੇਂ ਇਮੀਗ੍ਰੇਸ਼ਨ ਪਲਾਨ ਲਾਂਚ ਕਰਨੇ ਆ ਜੀ ਸੋ ਉਹਦੇ ਤੇ ਤੁਹਾਡੇ ਕੀ ਵਿਚਾਰ ਹੋਣਗੇ ਕੋਈ ਫਾਇਦਾ ਹੋਊਗਾ ਸਪਾਊਸ ਵਾਲਿਆਂ ਨੂੰ ਜਾਂ TRV ਐਪਲੀਕੇਸ਼ਨ ਵਾਲੇ ਹੈਗੇ ਜਿਵੇਂ ਸਟੂਡੈਂਟ ਵੀ ਆਉਂਦੇ ਆ ਵਿਜ਼ਟਰ ਵਾਲੇ ਵੀ ਆਉਂਦੇ ਆ ਸੋ ਉਹਨਾਂ ਨੂੰ ਕੋਈ ਫਾਇਦਾ ਹੋਊਗਾ ਐਕਸਪ੍ਰੈਸ ਐਂਟਰੀ ਬਾਰੇ ਵੀ ਮਾੜੀ ਜੀ ਗੱਲ ਕਰ ਲਾਂਗੇ ਆਪਾਂ ਉਹ NIP ਬਾਰੇ ਵੀ ਗੱਲਬਾਤ ਕਰ ਲਾਂਗੇ ਸੋ ਆਪਾਂ ਹੁਣ ਬਾਈ ਜੀ ਕਰੀਏ ਸ਼ੁਰੂ ਇਸ ਮੁੱਦੇ ਨੂੰ ਤੇ ਆਪਾਂ ਬਾਕੀ ਜਿਹੜੇ ਇਹ ਚੈਨਲ ਤੇ ਪਹਿਲੀ ਵਾਰ ਇਹ ਵੀਡੀਓ ਦੇਖ ਰਹੇ ਆ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਹੁਣ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਜੀ ਸਭ ਤੋਂ ਵੱਡਾ ਸਵਾਲ ਪਹਿਲਾ ਜਿਵੇਂ ਸਪਾਊਸ ਓਪਨ ਵਰਕ ਪਰਮਿਟ ਦੇ ਰਿਜ਼ਲਟ ਤੇ ਪ੍ਰੋਸੈਸਿੰਗ ਟਾਈਮ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਅੱਜ ਦੇ ਦਿਨ 50 ਵੀਕਸ ਦਾ ਸ਼ੋਅ ਕਰ ਰਿਹਾ Canada.ca ਦੇ ਉੱਤੇ ਸੋ ਬਾਈ ਜੀ ਚਾਨਣਾ ਪਾਓ ਕਿ ਇਹਦੇ ਤੋਂ ਪਹਿਲਾਂ ਵੀ ਰਿਜ਼ਲਟ ਆ ਸਕਦੇ ਆ ਜਾਂ ਕਿੱਦਾਂ ਦੀ ਗੱਲਬਾਤ ਆ ਜੀ ਸੋ ਆਪਾਂ ਸਿਮਰ ਇਹਦੇ ਬਾਰੇ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ ਵੀ ਪਹਿਲੀ ਤਾਂ ਇੱਕ ਚੀਜ਼ ਇਹ ਸਮਝਣੀ ਜ਼ਰੂਰੀ ਆ ਵੀ ਜਿਹੜੇ ਪ੍ਰੋਸੈਸਿੰਗ ਟਾਈਮ ਆਪਾਂ ਨੂੰ ਸ਼ੋਅ ਹੁੰਦੇ ਆ ਕਿਸੇ ਇੱਕ ਟਾਈਮ ਦੇ ਉੱਪਰ ਉਹ ਬਣਦੇ ਕਿਵੇਂ ਆ ਜਾਂ ਉਹਨਾਂ ਦਾ ਮਤਲਬ ਕੀ ਹੁੰਦਾ ਸੋ ਪ੍ਰੋਸੈਸਿੰਗ ਟਾਈਮ ਕਦੇ ਵੀ ਅੱਗੇ ਆਉਣ ਵਾਲਾ ਭਵਿੱਖ ਨਹੀਂ ਦੱਸਦੇ ਹੁੰਦੇ ਪ੍ਰੋਸੈਸਿੰਗ ਟਾਈਮ ਆਰ ਐਕਚੁਅਲੀ ਬੇਸਡ ਔਨ ਜਿਹੜੇ ਆਪਣੇ ਕਰੰਟਲੀ ਪਿਛਲੇ ਕੁਝ ਟਾਈਮ ਦੇ ਵਿੱਚ ਰੀਸੈਂਟਲੀ ਰਿਜ਼ਲਟ ਆਏ ਆ ਉਹਨਾਂ ਦਾ ਐਵਰੇਜ ਟਾਈਮ ਕੀ ਰਿਹਾ ਸੋ ਇਹਦਾ ਮਤਲਬ ਇਹ ਆ ਵੀ ਜੇ ਉਹ ਅੱਜ 50 ਹਫ਼ਤੇ ਦਿਖਾ ਰਿਹਾ ਤਾਂ ਉਹ 50 ਹਫ਼ਤਿਆਂ ਦਾ ਉਹਨਾਂ ਦਾ ਮਤਲਬ ਇਹ ਆ ਵੀ ਪਿਛਲੇ ਉਹਨਾਂ ਨੇ ਜੋ 3-4 ਮਹੀਨਿਆਂ ਦੇ ਵਿੱਚ ਉਹਨਾਂ ਨੇ ਟੋਟਲ ਫਾਈਲਾਂ ਕੀਤੀਆਂ ਨੇ ਉਹਨਾਂ ਚੋਂ ਮੈਜੋਰਿਟੀ ਆਫ ਫਾਈਲਸ 80 ਤੋਂ 90% ਜਿਹੜੀਆਂ ਫਾਈਲਸ ਨੇ ਉਹਨਾਂ ਨੇ 50 ਹਫ਼ਤੇ ਲਏ ਨੇ ਸੋ ਪ੍ਰੋਸੈਸਿੰਗ ਟਾਈਮ ਹਮੇਸ਼ਾ ਇਹ ਉਹਨਾਂ ਨੇ ਆਪਦੀ ਸਾਈਟ ਤੇ ਵੀ ਲਿਖਿਆ ਜਿਹੜਾ ਆਪਾਂ ਕਈ ਵਾਰੀ ਪੜ੍ਹਨ ਦੀ ਜ਼ਹਿਮਤ ਨਹੀਂ ਕਰਦੇ ਕਿ ਪ੍ਰੋਸੈਸਿੰਗ ਟਾਈਮ ਐਕਚੁਅਲੀ ਉਹ ਟਾਈਮ ਹੁੰਦਾ ਹਾਂ ਉਹ ਸਿਰਫ ਆਈਡੀਆ ਦੇਣ ਵਾਸਤੇ ਆਪਾਂ ਦੱਸਦੇ ਨੇ ਕਿ ਜੀ ਪਿਛਲੇ 3 ਮਹੀਨਿਆਂ 'ਚ ਅਸੀਂ 50 ਵੀਕਾਂ 'ਚ ਕੀਤੀਆਂ ਨੇ ਤੇ ਹੋ ਸਕਦਾ ਅਗਲੀਆਂ ਵੀ ਇੰਨੇ 'ਚ ਹੀ ਕਰੀਏ ਤੇ ਦੂਜਾ ਦੇ ਆਰ ਐਨ ਐਵਰੇਜ ਆਫ ਮੈਜੋਰਿਟੀ ਆਫ ਫਾਈਲਸ ਜਿਵੇਂ ਮੈਂ ਕਿਹਾ ਵੀ 80 ਤੋਂ 90% ਜਿਹੜੀਆਂ ਫਾਈਲਾਂ ਨੇ ਉਹਨਾਂ ਦੀ ਇੱਕ ਐਵਰੇਜ ਕੱਢ ਲੈਂਦੇ ਨੇ ਬਟ ਇਹਦੇ 'ਚ ਕਦੇ ਇਹ ਨਹੀਂ ਹੁੰਦਾ ਵੀ ਸਾਰੀਆਂ ਫਾਈਲਾਂ ਹੀ 50 ਵੀਕ ਦੇ ਵਿੱਚ ਆਈਆਂ ਨੇ ਕੁਝ ਜਿਹੜੀਆਂ ਹੋਣਗੀਆਂ ਉਹ ਸਾਲ ਵਾਲੀਆਂ ਵੀ ਹੋਣਗੀਆਂ ਕੁਝ ਜਿਹੜੀਆਂ ਹੋਣਗੀਆਂ ਲਾ ਲਓ ਵੀ ਉਹ 7-8 ਮਹੀਨੇ ਵਾਲੀਆਂ ਵੀ ਹੋ ਸਕਦੀਆਂ ਨੇ ਕੋਵਿਡ ਤੋਂ ਪਹਿਲਾਂ ਤਾਂ ਇਹ ਸੀ ਕਿ ਕਾਫੀ ਵੇਰੀਏਸ਼ਨ ਸੀ ਅੱਜ ਕੱਲ੍ਹ ਚਲੋ ਸਿਸਟਮ ਸਲੋ ਆ ਤਾਂ ਚਲੋ ਆਪਾਂ ਜੇ ਇੱਕ ਬੇਸ ਲਾਈਨ ਮੰਨ ਕੇ ਚੱਲੀਏ ਵੀ 7-8 ਮਹੀਨੇ ਸਭ ਤੋਂ ਫਾਸਟ ਫਾਈਲ ਲੈਂਦੀ ਹੈ ਤਾਂ ਉਹ ਤੋਂ ਸ਼ੁਰੂ ਹੋ ਕੇ 50 ਵੀਕ ਵਾਲੀਆਂ ਹੋਣਗੀਆਂ ਤੇ ਫਿਰ ਕੁਝ ਉਹਨਾਂ 'ਚ ਹੋਣਗੀਆਂ ਜਿਨ੍ਹਾਂ ਨੂੰ 1.5 2 ਸਾਲ ਵੀ ਹੋ ਗਏ ਤੇ ਉਹ ਤੋਂ ਬਾਅਦ ਕਿਤੇ ਜਾ ਕੇ ਕਿਉਂਕਿ ਕਾਫੀ 2020 ਵਾਲੀਆਂ ਫਾਈਲਾਂ ਦਾ ਆਪਾਂ ਰਿਜ਼ਲਟ ਦੇਖਿਆ ਜਿਹੜਾ ਪਿਛਲੇ ਦਿਨੀ ਦਸੰਬਰ ਤੇ ਜਨਵਰੀ ਦੇ ਮਹੀਨੇ 'ਚ ਖਾਸ ਕਰ 2020 ਵਾਲੀਆਂ ਕਾਫੀ ਫਾਈਲਾਂ ਦਾ ਆਇਆ ਸੋ ਪ੍ਰੋਸੈਸਿੰਗ ਟਾਈਮ ਵੇਰੀ ਕਰਦੇ ਰਹਿਣਗੇ ਜੀ ਜਿਵੇਂ ਇਹਨਾਂ ਦਾ ਪਲਾਨ ਅੱਗੇ ਹੈਗਾ ਆ ਵੀ ਅਸੀਂ ਕੁਝ ਹੋਰ ਵਰਕ ਫੋਰਸ ਲਾ ਰਹੇ ਹਾਂ ਤੇ ਉਹਦੇ ਨਾਲ ਜੇ ਬਾਕੀ ਚੀਜ਼ਾਂ ਦਾ ਆਪਾਂ ਜਿਵੇਂ ਬੈਕਲੌਗ ਦੀ ਵੀ ਅੱਗੇ ਗੱਲ ਕਰਾਂਗੇ ਜਾ ਕੇ ਉਹ ਚੀਜ਼ਾਂ ਘਟਦੀਆਂ ਨੇ ਤਾਂ ਉਹ ਅੱਗੇ ਵੇਰੀ ਹੋਣਗੇ ਤੇ ਜੇ ਹੋਪਫੁਲੀ ਕੋਈ ਨਵਾਂ ਵਾਇਰਸ ਨਹੀਂ ਆਉਂਦਾ ਤਾਂ ਇਹਨਾਂ ਦੇ ਥੱਲੇ ਜਾਣ ਦੀ ਉਮੀਦ ਆਪਾਂ ਨੂੰ ਹੈਗੀ ਆ ਬਿਲਕੁਲ ਬਟ ਇਹ ਆ ਵੀ ਉਹ ਹੁਣ ਅਗੇਨ ਉਹਦੇ 'ਚ ਕਾਫੀ ਸਾਰੇ ਫੈਕਟਰ ਨੇ ਉਹ ਆਪਾਂ ਨੂੰ ਦੇਖਣਾ ਹੀ ਪਊਗਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੁੰਦਾ ਕੀ ਆ
ਤੇ ਬਾਈ ਜੀ ਰਿਜ਼ਲਟ ਦੀ ਜੇ ਗੱਲ ਕਰ ਲਈਏ ਤਾਂ ਤੁਸੀਂ ਦੇਖਿਆ ਹੋਣਾ, ਆਪਾਂ ਸਾਰੇ ਅਮੂਮਨ ਦੇਖ ਰਹੇ ਹਾਂ ਕਿ ਜਿਹੜੀਆਂ ਐਪਲੀਕੇਸ਼ਨਾਂ 2020 ਦੀਆਂ ਸੀਗੀਆਂ ਉਹਨਾਂ ਦੇ ਲਗਭਗ ਉਹ ਨਿਬੇੜਨ ਵਾਲੀ ਗੱਲਬਾਤ ਜੀ ਹੋਈ, ਥੋੜੇ ਬਹੁਤ ਰਹਿ ਗਏ ਹੋਣੇ ਆ, ਠੀਕ ਹੈ। ਬਾਕੀ ਕਿਤੇ ਨਾ ਕਿਤੇ ਉਹਨਾਂ ਨੇ ਨਿਬੇੜ ਤੇ ਆ ਵੀ ਆਪਾਂ ਗੱਲਬਾਤ ਰਿਜ਼ਲਟ ਦੇਤੇ ਆ, ਚਾਹੇ ਅਪਰੂਵਲ ਦੀ ਗੱਲ ਕਰ ਲਈਏ ਚਾਹੇ ਰਿਫਿਊਜ਼ਲ ਦੀ ਗੱਲ ਕਰ ਲਈਏ। ਸੋ ਇਸ ਦੇ ਉੱਤੇ ਤੁਹਾਡਾ ਕੀ ਵਿਚਾਰ ਆ? ਜੀ ਬਿਲਕੁਲ, ਮਤਲਬ ਕਿਉਂਕਿ ਜੇ ਆਪਾਂ ਪਿਛਲੇ ਪੂਰੇ ਸਾਲ ਨੂੰ ਐਨਾਲਾਈਜ਼ ਕਰੀਏ ਹੈ ਨਾ, ਜਦ ਸਾਲ ਸ਼ੁਰੂ ਹੁੰਦਾ ਤਾਂ 2020 ਵਾਲੀਆਂ ਕੁਝ ਫਾਈਲਾਂ ਦੇ ਰਿਜ਼ਲਟ ਆਉਂਦੇ ਨੇ, ਫਿਰ ਜਿਹੜੀਆਂ ਜਨਵਰੀ ਫਰਵਰੀ ਮਾਰਚ ਜਿਹਦੇ ਵਿੱਚ ਫਾਈਲਾਂ ਲੱਗਦੀਆਂ ਨੇ ਉਹ ਕਿਤੇ ਜਾ ਕੇ ਅਟਕ ਜਾਂਦੀਆਂ ਨੇ। ਫਿਰ ਜਿਹੜੀਆਂ ਉਸ ਟਾਈਮ ਵਾਲੀਆਂ ਪੀਰੀਅਡ ਵਾਲੀਆਂ ਫਾਈਲਸ ਨੇ, ਜਦੋਂ ਨੂੰ ਸਾਲ ਐਂਡ ਹੁੰਦਾ ਉਹ ਕਈ ਫਾਈਲਾਂ ਚੱਕ ਕੇ ਕਲੀਅਰ ਕਰ ਦਿੰਦੇ ਨੇ, 21 ਵਾਲੀਆਂ ਤੇ 20 ਵਾਲੀਆਂ ਨੂੰ ਹੱਥ ਹੀ ਨਹੀਂ ਪਾਉਂਦੇ। ਫਿਰ 21 ਦੇ ਐਂਡ ਹੁੰਦੇ ਹੁੰਦੇ ਉਹ ਦੁਬਾਰੇ 20 ਵਾਲੀਆਂ ਤੇ ਜਾਂਦੇ ਨੇ। ਸੋ ਮੈਨੂੰ ਲੱਗਦਾ ਵੀ ਉਹਨਾਂ ਦੀ ਸਟ੍ਰੈਟਜੀ ਇਹ ਜ਼ਰੂਰ ਕਿਤੇ ਨਾ ਕਿਤੇ ਹੈਗੀ ਆ ਵੀ ਆਪਾਂ ਉਹਨਾਂ ਤੋਂ ਅੰਦਾਜ਼ਾ ਲਾ ਸਕਦੇ ਹਾਂ ਵੀ ਉਹ 20 ਵਾਲੀਆਂ ਨਿਮੇੜ ਕੇ ਤੇ 21 ਨੂੰ ਹੱਥ ਪਾਉਣਾ ਚਾਹੁੰਦੇ ਆ। ਸੋ ਇਹ ਆ ਵੀ ਉਹ ਚਾਹੇ ਅਪਰੂਵਲ ਦੇਣ ਚਾਹੇ ਰਿਫਿਊਜ਼ਲ ਦੇਣ, ਉਹਦੇ 'ਚ ਕੁਛ ਨਾ ਕੁਛ ਹੋ ਰਿਹਾ। ਉਹ ਥੋੜਾ ਜਿਹਾ ਫਾਸਟ ਹੋਇਆ ਸੀ ਬਾਏ ਦਸੰਬਰ ਐਂਡ ਜਨਵਰੀ ਦੇ ਸ਼ੁਰੂ ਦੇ ਵਿੱਚ, ਉਹ ਫੇਰ ਦੁਬਾਰੇ ਸਲੋ ਡਾਊਨ ਹੋ ਗਿਆ। ਮੈਨੂੰ ਉਹਦਾ ਕਾਰਨ ਫੇਰ ਉਹੀ ਲੱਗਦਾ ਵੀ ਜੋ ਦਿੱਲੀ ਦੇ ਵਿੱਚ ਲੋਕਡਾਊਨ ਵਾਲੀਆਂ ਕੰਡੀਸ਼ਨਾਂ ਜੀਆਂ ਬਣੀਆਂ ਨੇ, ਉਹਨਾਂ ਨੇ ਫੇਰ ਉੱਥੇ ਵਰਕਫੋਰਸ ਘਟਾਈ ਵਧਾਈ ਹੋਈ ਆ। ਠੀਕ ਹੈ ਜੀ, ਠੀਕ ਹੈ ਜੀ। ਬਾਈ ਜੀ ਇੱਕ ਹੋਰ ਚੀਜ਼ ਦੇਖੀ ਆ, ਆਪਾਂ ਪਿਛਲੇ ਕੁਝ ਦਿਨਾਂ 'ਚ ਦੇਖਦੇ ਹਾਂ ਕਿ ਜਿਨ੍ਹਾਂ ਦੀਆਂ ਦਸੰਬਰ ਲਾਸਟ ਦੇ ਵਿੱਚ ਫਾਈਲਾਂ ਲੱਗੀਆਂ, ਸੋ ਜਨਵਰੀ ਦੇ ਸ਼ੁਰੂ ਦੇ ਵਿੱਚ ਲੱਗੀਆਂ, ਸੋ ਉਹਨਾਂ ਦਾ ਮੈਡੀਕਲ ਬਹੁਤ ਜਲਦੀ ਅਪਡੇਟ ਕੀਤਾ ਗਿਆ ਤੇ ਫਾਈਲਾਂ ਰਿਵਿਊ ਦੇ ਵਿੱਚ ਜਾ ਰਹੀਆਂ। ਸੋ ਇਸ ਚੀਜ਼ ਤੋਂ ਤੁਸੀਂ ਮਾੜਾ ਜਿਹਾ ਕੋਈ ਆਈਡੀਆ ਦੇ ਸਕਦੇ ਹੋ? ਜੀ, ਉਹਦੇ 'ਚ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਮੈਡੀਕਲ ਦੇ 2 ਤਰੀਕੇ ਹੁੰਦੇ ਆ। ਜੇ ਤੁਸੀਂ ਅਪਫਰੰਟ ਲਾਇਆ ਉਹਦਾ ਅਪਡੇਟ ਹੋਣਾ ਕੋਈ ਰੈਲੇਵੈਂਟ ਨਹੀਂ ਹੈਗਾ, ਉਹਦਾ ਫਾਈਲ ਨਾਲ ਕੋਈ ਰੈਲੇਵੈਂਸ ਨਹੀਂ ਵੀ ਕੀ ਹੋਇਆ। ਜੇ ਤੁਹਾਨੂੰ ਰਿਕੁਐਸਟ ਆਈ ਹੈ ਉਹ ਪੋਜ਼ਿਟਿਵ ਚੀਜ਼ ਹੈ, ਨੈਗੇਟਿਵ ਵੀ ਹੋ ਸਕਦੀ ਹੈ, ਬਟ ਐਟਲੀਸਟ ਉਹ ਕੰਮ ਕਰ ਰਹੇ ਨੇ ਕਿਤੇ ਨਾ ਕਿਤੇ। ਅੱਛਾ, ਜਿਹੜੀ ਆਪਾਂ ਰਿਫਿਊਜ਼ਲ ਦੀ ਗੱਲ ਕਰਦੇ ਹਾਂ ਵੀ ਜੇ ਰਿਕੁਐਸਟ ਆਈ ਹੈ, ਕਾਫੀ ਹੱਦ ਤੱਕ ਉਹਦੇ 'ਚੋਂ ਫਾਈਲਾਂ ਨੇ ਜਿਹੜੀਆਂ ਉਹ ਅਪਰੂਵਲ ਵਾਸਤੇ ਹੀ ਹੁੰਦੀਆਂ ਨੇ, ਬਟ ਉਹਨਾਂ 'ਚ ਵੀ ਰਿਫਿਊਜ਼ਲ ਆਈ ਹੈ ਕਿਉਂਕਿ ਮੈਡੀਕਲ ਦੇ ਨਾਲ ADRs ਵੀ ਆਏ ਨੇ, ਐਡੀਸ਼ਨਲ ਡਾਕੂਮੈਂਟ ਰਿਕੁਐਸਟ ਆਈ ਆ। ਤੇ ਮੈਨੂੰ ਇਹ ਲੱਗਦਾ ਵੀ ਮੈਡੀਕਲ ਜਿਹੜਾ ਉਹਨਾਂ ਵੱਲੋਂ ਰਿਕੁਐਸਟਡ ਹੁੰਦਾ ਉਹ ਕਾਫੀ ਹੱਦ ਤੱਕ ਆਖਰੀ ਪੜਾਅ 'ਚ ਜਾ ਕੇ ਹੁੰਦਾ ਜਦੋਂ ਉਹ ਬਾਕੀ ਚੀਜ਼ਾਂ ਨਾਲ ਸੈਟਿਸਫਾਈ ਹੋ ਜਾਂਦੇ ਨੇ। ਹੁਣ ਬਟ ਉਹਦੇ ਨਾਲ ਜਿਹੜੀ ADR ਆਈ ਹੈ, ਜੇ ਤੁਹਾਡੀ ਫੇਰ ਵੀ ਰਿਫਿਊਜ਼ਲ ਆ ਰਹੀ ਹੈ, ਮੈਨੂੰ ਬਹੁਤ ਵੱਡਾ ਕਾਰਨ ਉਹਦੇ 'ਚ ਇਹ ਲੱਗ ਰਿਹਾ ਕਿ ਜਿਹੜੀ ADR ਆਈ ਸੀ ਆਪਾਂ ਉਹ ਪ੍ਰੋਪਰ ਉਹਨਾਂ ਨੂੰ ਰਿਕੁਐਸਟ ਨਹੀਂ ਸਬਮਿਟ ਕੀਤੀ ਜੋ ਉਹਨਾਂ ਨੇ ਮੰਗਿਆ, ਤੇ ਉੱਥੇ ਕਿਤੇ ਨਾ ਕਿਤੇ ਕਮੀ ਰਹੀ ਹੈ ਤੇ ਉਹਦੇ ਕਰਕੇ ਰਿਫਿਊਜ਼ਲਾਂ ਨੇ ਜਿਹੜੀਆਂ ਆਈਆਂ ਨੇ। ਸੋ ਹਾਂਜੀ ਬਾਈ ਜੀ, ਹਾਂਜੀ ਮੈਂ ਇਸੇ ਸਵਾਲ ਤੇ ਆਉਣ ਲੱਗਿਆ ਸੀਗਾ। ਦੂਜਾ ਸਵਾਲ ਦਾ ਜਵਾਬ ਅਸੀਂ ਥੋੜਾ ਜਿਹਾ ਸਕਿਪ ਕਰਤਾ ਕਿ ਬੈਕਲੌਗ ਵਾਲਾ। ਹੁਣ ਆਪਾਂ ਤੀਜੇ ਤੇ ਚੱਲਦੇ ਹਾਂ ਸਿੱਧਾ, ਤੀਜੇ ਤੇ ਚੌਥੇ ਤੇ। ਤੀਜਾ ਸਵਾਲ ਸੀਗਾ ਕਿ ਬਾਈ ਜੀ ਜਿਹੜੀਆਂ ਆਹ ਮੈਡੀਕਲ ਰਿਕੁਐਸਟ ਆਉਂਦੀ ਆ, ਠੀਕ ਆ, ਐਡੀਸ਼ਨਲ ਡਾਕੂਮੈਂਟ ਰਿਕੁਐਸਟ ਆ ਰਹੀਆਂ, ਇਹਨਾਂ ਦੇ ਬਾਅਦ ਵੀ ਬਹੁਤ ਸਾਰੀਆਂ ਐਪਲੀਕੇਸ਼ਨਾਂ ਰਿਫਿਊਜ਼ ਹੋ ਰਹੀਆਂ ਤੇ ਨਾਲ ਦੀ ਨਾਲ ਨਵੇਂ ਇਮੀਗ੍ਰੇਸ਼ਨ ਪਲਾਨ ਦੇ ਬਾਰੇ ਵੀ ਗੱਲਾਂ ਬਾਤਾਂ ਹੋ ਰਹੀਆਂ ਕਿ ਐਤਕੀ ਚੱਕ ਦੇਣਾ, ਧਰ ਲੈਣਾ, ਨੱਪ ਲੈਣਾ। ਸੋ ਇਹਦੇ ਬਾਰੇ ਮਾੜਾ ਜਿਹਾ ਚਾਨਣਾ ਪਾਓ। ਜੀ, ਜਿਵੇਂ ਮੈਂ ਪਹਿਲਾਂ ਕਿਹਾ ਜੀ, ਜਿਹੜੀ ਰਿਫਿਊਜ਼ਲ ਵਾਲੀ ਗੱਲ ਆ ਮੈਨੂੰ ਉਹਦੇ 'ਚ ਬਹੁਤ ਹੱਦ ਤੱਕ ਇਹ ਲੱਗ ਰਿਹਾ ਕਿ ADR ਜਿਹੜੀ ਰਿਕੁਐਸਟ ਹੈ ਉਹਨੂੰ ਜੇ ਤੁਸੀਂ ਨਹੀਂ ਸੈਟਿਸਫਾਈ ਕਰਦੇ ਤਾਂ ਉੱਥੇ ਪ੍ਰੋਬਲਮ ਆ ਰਹੀ ਹੈ। ਸੋ ਜਿਨ੍ਹਾਂ ਨੂੰ ਵੀ ਮੈਡੀਕਲ ਦੇ ਨਾਲ ਕਿਸੇ ਡਾਕੂਮੈਂਟ ਦੀ ਰਿਕੁਐਸਟ ਆਈ ਹੈ ਉਹਨਾਂ ਵਾਸਤੇ ਸੇਫ ਤਰੀਕਾ ਇਹ ਹੀ ਆ ਵੀ ਉਹ ਬਿਲਕੁਲ ਉਹਨੂੰ ਬਹੁਤ ਸੀਰੀਅਸਲੀ ਲੈਣ। ਜੇ ਉਹ ਆਪ ਕਰ ਸਕਦੇ ਨੇ ਵੈਲ ਐਂਡ ਗੁੱਡ, ਨਹੀਂ ਤਾਂ ਉਹ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲੈਣ ਉਹ ਡਾਕੂਮੈਂਟ ਭੇਜਣ ਵਾਸਤੇ, ਕਿਉਂਕਿ ਤੁਹਾਡੀ ਪੂਰੇ ਸਾਲ 1.5 ਸਾਲ ਦੀ ਵੇਟਿੰਗ ਜਿਹੜੀ ਉਹਨਾਂ ਡਾਕੂਮੈਂਟਸ ਤੇ ਹੁਣ ਖੜੀ ਹੈ। ਠੀਕ ਹੈ ਜੀ। ਸੋ ਹੁਣ ਆਪਾਂ ਜਦੋਂ ਗੱਲ ਕਰਦੇ ਹਾਂ ਅਗਲੇ ਇਮੀਗ੍ਰੇਸ਼ਨ ਪਲਾਨ ਦੀ, ਸੋ ਇਮੀਗ੍ਰੇਸ਼ਨ ਪਲਾਨ ਦੇ ਵਿੱਚ ਮਤਲਬ ਆਪਾਂ ਨੂੰ ਕੁਝ ਝਲਕਾਂ ਮਿਲੀਆਂ ਨੇ ਜਿਹੜੀਆਂ ਮੈਂ ਕਾਈਂਡ ਆਫ ਆਬਜ਼ਰਵ ਕਰਕੇ ਇਕੱਠੀਆਂ ਕੀਤੀਆਂ ਅੱਡ-ਅੱਡ ਥਾਵਾਂ। ਹੁਣ ਉਹਦੇ 'ਚ ਮੈਂ ਦੱਸ ਵੀ ਦਿੰਦਾ ਵੀ ਸੋਰਸ ਕਿੱਥੋਂ ਆਏ ਨੇ ਆਪਣੇ ਉਹਦੇ ਕੋਲੇ। ਪਹਿਲੀ ਜਿਹੜੀ ਚੀਜ਼ ਹੋਈ ਸੀ ਉਹ ਸੀ ਵੀ ਸ਼ੌਨ ਫਰੇਜ਼ਰ ਇਮੀਗ੍ਰੇਸ਼ਨ ਮਿਨਿਸਟਰ ਨੇ ਹਰਜਿੰਦਰ ਥਿੰਦ ਹੋਰਾਂ ਨਾਲ, ਜਿਹੜੇ ਆਪਣੇ ਵੈਨਕੂਵਰ ਤੋਂ ਰੇਡੀਓ ਵਾਲੇ ਨੇ, ਉਹਨਾਂ ਨਾਲ ਇੱਕ ਇੰਟਰਵਿਊ ਕੀਤੀ ਸੀ। ਉਹਦੇ 'ਚ ਥਿੰਦ ਸਾਹਿਬ ਹੋਰਾਂ ਨੇ ਉਹਨਾਂ ਨੂੰ ਕਾਫੀ ਵਧੀਆ ਕੁਐਸਚਨ ਪੁੱਛੇ ਤੇ ਬੈਕਲੌਗ ਬਾਰੇ ਵੀ ਪੁੱਛਿਆ। ਸੋ ਉਹਦੇ 'ਚ ਇੱਕ ਚੀਜ਼ ਜੋ ਸ਼ੌਨ ਫਰੇਜ਼ਰ ਨੇ ਕਹੀ ਉਹ ਕਹੀ ਫੰਡਿੰਗ ਬਾਰੇ, ਕਿ IRCC ਨੂੰ ਅਸੀਂ ਐਕਸਟਰਾ ਫੰਡਿੰਗ ਕਰਵਾ ਰਹੇ ਹਾਂ, ਫੈਡਰਲ ਗਵਰਨਮੈਂਟ ਇਹਨਾਂ ਨੂੰ ਪੈਸਾ ਦੇ ਰਹੀ ਆ, ਜਿਹੜਾ ਸਾਰੇ ਦਾ ਸਾਰਾ ਸਾਡਾ ਪੈਸਾ ਆ ਉਹ ਸਾਡਾ ਟਾਰਗੇਟ ਇਹ ਹੀ ਆ ਵੀ ਅਸੀਂ ਵਰਕਫੋਰਸ ਹੋਰ ਭਰਤੀ ਕਰੀਏ, ਅਸੀਂ ਆਪਣੇ ਸਿਸਟਮ ਨੂੰ ਠੀਕ ਕਰੀਏ ਤੇ ਬੈਕਲੌਗ ਨੂੰ ਕੱਢੀਏ। ਤੇ ਦੂਜੀ ਜਿਹੜੀ ਗੱਲ ਉਹ 'ਚ ਪੋਜ਼ਿਟਿਵ ਕਹੀ ਆ ਸ਼ੌਨ ਫਰੇਜ਼ਰ ਨੇ, ਉਹਨਾਂ ਨੇ ਕਿਹਾ ਵੀ ਜਿਹੜਾ ਆਪਣਾ 4,11,12,000 ਦਾ ਟਾਰਗੇਟ ਆ, ਮੈਂ ਤਾਂ ਸੋਚ ਰਿਹਾ ਮੈਂ ਇਹਨੂੰ ਵਧਾ ਦਾਂ। ਸੋ ਉਹਨਾਂ ਦੇ ਦਿਮਾਗ 'ਚ ਇਹ ਚੱਲ ਰਿਹਾ ਵੀ ਆਪਾਂ ਇਸ ਟਾਰਗੇਟ ਨੂੰ ਵੱਡਾ ਕਰਨਾ। ਜੇ ਵੱਡਾ ਕਰਨਾ ਤਾਂ ਮਤਲਬ ਓਬਵੀਅਸਲੀ ਉਹਨਾਂ ਨੂੰ PR ਹੋਰ ਬੰਦਿਆਂ ਨੂੰ ਦੇਣੀ ਪੈਣੀ ਆ। ਠੀਕ ਹੈ ਜੀ।
ਤੇ ਦੂਜੀ ਜਿਹੜੀ ਚੀਜ਼ ਆਈ ਹੈ, ਇੱਕ ਜਿਹੜੀ ਕੈਨੇਡੀਅਨ ਬਾਰ ਐਸੋਸੀਏਸ਼ਨ ਹੈ, ਉਹਨਾਂ ਨੇ ਮੀਟਿੰਗ ਕੀਤੀ ਸੀ ਸ਼ੌਨ ਫਰੇਜ਼ਰ ਨਾਲ ਲਾਸਟ ਵੀਕ। ਉਸ ਮੀਟਿੰਗ ਦੇ ਵਿੱਚੋਂ ਜੋ ਗੱਲਾਂ ਸਾਹਮਣੇ ਆਈਆਂ ਨੇ ਉਹ ਇਹ ਨੇ ਵੀ ਸੀਈਸੀ ਬਿਲਕੁਲ ਉਹਨਾਂ ਦੇ ਮਾਈਂਡ ਤੇ ਹੈਗਾ। ਉਹ ਕਹਿੰਦੇ ਅਸੀਂ ਕੁਛ ਬੰਦ ਨਹੀਂ ਕਰਨ ਜਾ ਰਹੇ, ਅਸੀਂ ਇਹਨੂੰ ਜਿੰਨੀ ਛੇਤੀ ਹੋ ਸਕੇ ਚਲਾਵਾਂਗੇ। ਤੇ ਬਟ ਉਹਦੇ ਚ ਇੱਕ ਹੋਰ ਜਿਹੜੀ ਚੀਜ਼ ਆਪਾਂ ਨੂੰ ਪਤਾ ਲੱਗੀ ਹੈ, ਉਹ ਇਹ ਲੱਗੀ ਹੈ ਵੀ ਹੋ ਸਕਦਾ ਹੈ ਵੀ ਇਹਦਾ ਸਟਰਕਚਰ ਹੈ ਜਿਹੜਾ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਜਾਂ ਕੁਝ ਸਾਲਾਂ ਦੇ ਵਿੱਚ ਵੀ ਆਪਾਂ ਕਹੀਏ ਉਹ ਚੇਂਜ ਹੋਵੇ। ਉਹ ਜਿਵੇਂ ਹੁਣ ਜਰਨਲਾਈਜ਼ਡ ਹੈ, ਉਹ ਥੋੜਾ ਜਿਹਾ ਆਕੂਪੇਸ਼ਨ ਸਪੈਸੀਫਿਕ ਹੋ ਸਕਦਾ। ਤੇ ਇਹ ਮੈਂ ਮੋਸਟਲੀ ਕਹਿ ਰਿਹਾ ਜਿਹੜੇ ਲੋਕ ਵੇਟ ਕਰ ਰਹੇ ਨੇ 2-2 ਸਾਲਾਂ ਤੋਂ FSW ਦੇ ਆਉਣ ਬਾਰੇ, ਕਿਉਂਕਿ ਸ਼ਾਇਦ ਬਹੁਤ ਲੋਕਾਂ ਨੂੰ ਪਤਾ ਨਹੀਂ ਹੋਣਾ 2014 ਤੋਂ ਪਹਿਲਾਂ FSW ਦਾ ਜਿਹੜਾ ਸਟਰਕਚਰ ਇਹ ਹੁੰਦਾ ਸੀ, ਉਦੋਂ ਐਕਸਪ੍ਰੈਸ ਐਂਟਰੀ ਨਹੀਂ ਸੀ ਹੁੰਦੀ, ਪੁਆਇੰਟ ਸਿੱਧੇ 67 ਕੈਲਕੂਲੇਟ ਕਰਕੇ ਫਾਈਲ ਲੱਗਦੀ ਸੀ। ਤਾਂ ਉਹਦਾ ਜਿਹੜਾ ਸਟਰਕਚਰ ਇਹ ਹੁੰਦਾ ਸੀ ਵੀ ਕੋਈ ਵੀ FSW ਚ ਕੋਈ ਵੀ ਐ ਉੱਠ ਕੇ ਫਾਈਲ ਨਹੀਂ ਸੀ ਲਾ ਸਕਦਾ। ਜਿਵੇਂ ਹੁਣ ਤਾਂ ਕੀ ਆ ਕਿ ਜੇ ਤੁਹਾਡੇ ਮੰਨ ਲਓ ਵੀ 400 ਤੋਂ ਉੱਪਰ ਪੁਆਇੰਟ ਬਣਦੇ ਨੇ, ਤੁਸੀਂ ਪੂਲ ਚ ਜਾ ਸਕਦੇ ਹੋ, ਤੇ ਜੇ FSW ਖੁੱਲਦਾ ਤਾਂ ਕਿਤੇ ਨਾ ਕਿਤੇ ਤੁਹਾਨੂੰ ਰਿਕੁਐਸਟ ਵੀ ਆ ਜਾਂਦੀ ਹੈ 450 470। ਉਦੋਂ ਸੀ ਵੀ ਇਹ ਇੱਕ ਆਕੂਪੇਸ਼ਨ ਲਿਸਟ ਕੱਢਦਾ ਸੀ ਕੈਨੇਡਾ ਹਰ ਸਾਲ ਵੀ ਕੀ 6 ਮਹੀਨਿਆਂ ਤੇ ਉਹਨੂੰ ਚੇਂਜ ਕਰਦੇ ਸੀ ਇਹ। ਤੇ ਉਹ ਆਕੂਪੇਸ਼ਨ ਇਨ ਡਿਮਾਂਡ ਜਿਹੜੀ ਲਿਸਟ ਸੀ ਫੈਡਰਲ ਹੁੰਦੀ ਸੀ ਉਹ, ਤੇ ਉਹਦੇ ਬੇਸ ਦੇ ਉੱਪਰ ਹੀ ਬੰਦੇ ਫਾਈਲ ਲਾ ਸਕਦੇ ਸੀ। ਸੋ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ, ਹੁਣ ਇਹ ਚੀਜ਼ਾਂ PNP ਨੇ ਸਾਂਭ ਲਈਆਂ ਜਿਹੜੀਆਂ ਆਕੂਪੇਸ਼ਨ ਇਨ ਡਿਮਾਂਡ ਬੇਸ ਨੇ, ਬਟ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਜੋ ਮੈਨੂੰ ਉਸ ਗੱਲਬਾਤ ਤੋਂ ਅੰਦਾਜ਼ਾ ਲੱਗਿਆ ਕਿ ਆਪਾਂ ਕੁਝ ਐਸੀ ਚੇਂਜ ਦੇਖ ਸਕਦੇ ਹਾਂ ਕਿ ਉਹ ਆਕੂਪੇਸ਼ਨ ਬੇਸਡ ਥੋੜਾ ਬਹੁਤਾ ਬਾਹਰ ਵਾਲਾ ਹੋ ਜੇ। ਤੇ ਹੁਣ ਆਪਾਂ ਜੇ ਇਹਨੂੰ ਰਿਲੇਟ ਕਰੀਏ ਸਪਾਊਜ਼ਲ ਓਪਨ ਵਰਕ ਪਰਮਿਟ ਦੇ ਨਾਲ, ਸੋ ਇਹ ਸਾਰੇ ਦੇ ਵਿੱਚ ਮੈਨੂੰ ਲੱਗਦਾ ਵੀ ਆਪਾਂ ਨੂੰ ਸਿਰਫ ਇੰਨਾ ਕੀ ਫਾਇਦਾ ਆ ਵੀ ਜੇ ਬੈਕਲੌਗ ਆ ਜਿਹੜਾ ਉਹ ਖਤਮ ਹੁੰਦਾ ਆ ਤਾਂ ਆਪਣੀਆਂ ਫਾਈਲਾਂ ਦੀ ਜਿਹੜੀ ਪ੍ਰੋਸੈਸਿੰਗ ਹੈ ਉਹ ਫਾਸਟ ਹੋ ਜਾਣੀ ਆ। ਉਹ ਤੋਂ ਬਿਨਾ ਮੈਨੂੰ ਨਹੀਂ ਲੱਗਦਾ ਵੀ ਸਪਾਊਜ਼ਲ ਓਪਨ ਵਰਕ ਪਰਮਿਟ ਕਿਤੇ ਵੀ ਇਹਨਾਂ ਵਾਸਤੇ ਅਜੇ ਵੀ ਪ੍ਰਾਇਰਟੀ ਹੈਗਾ। ਫੈਮਿਲੀ ਰੀਯੂਨੀਫਿਕੇਸ਼ਨ ਉਹ ਹਰ ਵਾਰੀ ਉਹੀ ਕਹਿੰਦੇ ਨੇ। ਹੁਣ ਜਦੋਂ ਪਿੱਛੇ ਮੈਂਡੇਟ ਲੈਟਰ ਆਇਆ ਟਰੂਡੋ ਸਾਹਿਬ ਦਾ ਸ਼ੌਨ ਫਰੇਜ਼ਰ ਨੂੰ, ਉਦੋਂ ਵੀ ਲੋਕ ਬਹੁਤ ਖੁਸ਼ ਹੋਏ। ਫਿਰ ਜਦ ਵੀ ਕੋਈ ਬਿਆਨ ਆਉਂਦਾ ਤਾਂ ਲੋਕ ਖੁਸ਼ ਹੋ ਜਾਂਦੇ ਆ। ਬਟ ਐਟ ਦਾ ਐਂਡ ਆਫ ਦਾ ਡੇ ਜਿਹੜੀ ਫੈਮਿਲੀ ਰੀਯੂਨੀਫਿਕੇਸ਼ਨ ਹੈ ਉਹ ਕੈਨੇਡਾ ਦੀ ਪਾਲਿਸੀ ਦੇ ਵਿੱਚ 10 ਸਾਲਾਂ ਤੋਂ ਚੱਲਦੀ ਆ ਰਹੀ ਹੈ। ਇਹ ਤਾਂ 10 ਸਾਲ ਤੋਂ ਕਹਿੰਦੇ ਨੇ ਅਸੀਂ ਸਾਰਿਆਂ ਨੂੰ ਇਕੱਠੇ ਕਰਾਂਗੇ, ਬਟ ਗੱਲ ਫਿਰ ਪ੍ਰਾਇਰਟੀ ਤੇ ਆ ਜਾਂਦੀ ਆ ਵੀ ਪ੍ਰਾਇਰਟੀ ਉਹਨਾਂ ਦੀ ਕੀ ਆ। ਉਹਨਾਂ ਦੀ ਪ੍ਰਾਇਰਟੀ ਪਹਿਲਾਂ ਹੈਗਾ ਵੀ ਜਿਹੜੇ ਸਿਟੀਜ਼ਨ ਨੇ, PR ਨੇ, ਉਹਨਾਂ ਦੇ ਫੈਮਿਲੀ ਮੈਂਬਰਸ, ਫਿਰ ਜਿਹੜੇ ਦੂਜੇ ਉਹਨਾਂ ਦੇ TR ਵੀ ਹੋ ਗਏ, ਉਹ ਤੋਂ ਕਿਤੇ ਜਾ ਕੇ ਬਾਅਦ ਦੇ ਵਿੱਚ ਟੈਂਪਰੇਰੀ ਰੈਜ਼ੀਡੈਂਟਸ ਦੇ ਫੈਮਿਲੀ ਮੈਂਬਰਸ ਆਉਂਦੇ ਨੇ। ਸੋ ਇਹ ਆ ਵੀ ਆਪਾਂ ਪ੍ਰਾਇਰਟੀ ਦੀ ਲਿਸਟ ਤੇ ਕਾਫੀ ਥੱਲੇ ਬੈਠੇ ਆ, ਬਟ ਇਹ ਆ ਵੀ ਉਹ ਜਿਵੇਂ ਟ੍ਰਿਕਲ ਡਾਊਨ ਇੱਕ ਜਿਹੜਾ ਸਿਸਟਮ ਕਹਿੰਦੇ ਹੁੰਦੇ ਨੇ, ਹਾਂ ਵੀ ਜੋ ਉੱਪਰੋਂ ਕੁਝ ਖਾਲੀ ਹੁੰਦਾ ਉਹਨਾਂ ਨੂੰ ਸਪੇਸ ਮਿਲਦੀ ਆ ਤਾਂ ਆਪਣਾ ਵੀ ਕੁਝ ਭਲਾ ਉਹਦੇ 'ਚ ਹੋ ਜਾਣਾ ਚਾਹੀਦਾ। ਬਾਈ ਜੀ ਇੱਥੇ ਇੱਕ ਹੋਰ ਜਾਣੀ ਕਿ ਕੁਝ ਚੀਜ਼ਾਂ ਨੂੰ ਰੈਲੇਵੈਂਟ ਕਰਕੇ ਵੱਖ-ਵੱਖ ਤਰ੍ਹਾਂ ਦੇ ਯੂਟਿਊਬਰ ਆ ਜਿਹੜੇ ਉਸ ਪ੍ਰੈਜ਼ੈਂਟ ਕਰ ਰਹੇ ਕਿ 6 ਮਹੀਨਿਆਂ ਦੇ ਵਿੱਚ, ਤੁਸੀਂ ਵੀ ਸ਼ਾਇਦ ਗਰੁੱਪਾਂ ਦੇ ਵਿੱਚ ਵੀਡੀਓ ਦੇ ਉੱਤੇ ਇੱਕ ਥੰਬਨੇਲ ਲਾ ਕੇ ਲਿਖਿਆ ਹੋਊਗਾ ਵੀ 6 ਮਹੀਨਿਆਂ ਦੇ ਵਿੱਚ ਬੈਕਲੌਗ ਕਲੀਅਰ ਹੋ ਜਾਣਾ ਜੀ, ਸਾਡੇ ਕੋਲੇ ਆਹ ਪ੍ਰੂਫ ਆ। ਠੀਕ ਹੈ ਜੀ, ਜਾਣੀ ਕਿ ਜਿਹੜਾ ਐਕਸਪ੍ਰੈਸ ਐਂਟਰੀ ਬੰਦ ਕਰਤੀ ਆ, ਸੋ ਇਸ ਕਰਕੇ ਬੰਦ ਕੀਤੀ ਆ। ਠੀਕ ਹੈ ਜੀ, ਬੈਕਲੌਗ ਕਲੀਅਰ ਖਤਮ ਕਰਨਾ, ਸਾਰਾ ਕੁਝ ਕਰਨਾ। ਸੋ TR ਦਾ ਐਪਲੀਕੇਸ਼ਨ ਹੋ ਗਿਆ, ਸਪਾਊਸ ਦਾ ਹੋ ਗਿਆ, ਬਹੁਤ ਸਾਰੀਆਂ ਹੋਰ ਵੀ ਐਪਲੀਕੇਸ਼ਨ ਆ, ਉਹਨਾਂ ਦਾ ਬੈਕਲੌਗ ਕਹਿੰਦੇ ਵੀ 6 ਮਹੀਨਿਆਂ ਦੇ ਵਿੱਚ ਖਤਮ ਹੋ ਜਾਊਗਾ, ਕਰ ਦੇਣਾ, ਕਹਿੰਦੇ ਵੀ ਵੜ ਦੇਣਾ, ਚੱਕ ਦੇਣਾ। ਸੋ ਤੁਹਾਡਾ ਕੀ ਓਪੀਨੀਅਨ ਹੈ ਵੀ ਕੋਈ, ਮੈਨੂੰ ਤਾਂ ਲੱਗਦਾ ਨਹੀਂ ਵੀ ਬਾਈ ਜੀ ਕੋਈ ਆਫੀਸ਼ੀਅਲ ਸੋਰਸ ਹੈਗਾ ਇਸ ਚੀਜ਼ ਦਾ, ਜਾਂ ਇਹਦੇ ਤੇ ਕੋਈ ਇਹਦਾ ਮੈਂ ਤੁਹਾਨੂੰ ਸੋਰਸ ਦੱਸ ਦਿੰਦਾ ਜੀ, ਜਿੱਥੋਂ ਇਹ ਸਾਰਾ ਕਹਿ ਲਓ ਵੀ ਅਫਵਾਹ ਫੈਲੀ, ਮੈਂ ਤੈਨੂੰ ਅਫਵਾਹ ਹੀ ਕਹਿਣਾ, ਅਫਵਾਹ ਫੈਲੀ ਆ। ਉਹ ਸੋਰਸ ਇਹ ਆ ਵੀ ਇੱਕ ATIP ਨੋਟ ਕਢਾਇਆ ਗਿਆ, ਕਿਉਂਕਿ ਮਤਲਬ ਆਪਾਂ ਆਪਣੇ ਸਰਕਲ ਦੇ ਵਿੱਚ ਲੋਕਾਂ ਨੂੰ ਇਹ ਲੱਗਦਾ ਵੀ ATIP ਸਿਰਫ ਆਪਾਂ ਫਾਈਲ ਦੇ ਕਢਾ ਸਕਦੇ ਹਾਂ, ਬਟ ਇਹ ਨਹੀਂ ਹੁੰਦਾ। ਆਪਾਂ ATIP ਗਵਰਨਮੈਂਟ ਪਾਲਿਸੀਜ਼ ਦੇ ਉਹਨਾਂ ਦੀਆਂ ਜਿਹੜੀਆਂ ਇੰਟਰਨਲ ਈਮੇਲਸ ਹੁੰਦੇ ਨੇ ਉਹਨਾਂ ਦੇ ਵੀ ਕਢਾ ਸਕਦੇ ਹਾਂ। ਸੋ ਉਹ ATIP ਦੇ ਵਿੱਚ ਇੱਕ ਈਮੇਲ ਹੱਥ ਲੱਗੀ ਜਿਹੜੀ ਕਿ ਨਵੰਬਰ ਦੇ ਵਿੱਚ ਇਸ਼ੂ ਹੋਈ ਸੀ। ਉਹਦੇ 'ਚ ਉਹ ਇੰਟਰਨਲ ਮੈਮੋ ਸੀ, ਇੱਕ ਇੰਟਰਨਲ ਮੈਮੋਰੈਂਡਮ। ਹੁਣ ਇੰਟਰਨਲ ਮੈਮੋਰੈਂਡਮ ਕੀ ਹੁੰਦਾ ਕਿ ਮੈਂ ਇੱਕ ਕੰਪਨੀ 'ਚ ਕੰਮ ਕਰਦਾ, ਮੈਂ ਦੇਖ ਰਿਹਾ ਵੀ ਆਪਣੀ ਕੰਪਨੀ ਦੇ ਵਿੱਚ ਆਹ ਚੱਲ ਰਿਹਾ, ਮੈਂ ਆਪਣੇ ਬੌਸ ਨੂੰ ਇੱਕ ਸਵਾਲ ਪੁੱਛਣਾ ਤਾਂ ਮੈਂ ਇੱਕ ਮੈਮੋ ਕੱਢਦਾ, ਮੈਂ ਉਹਦੇ 'ਚ ਦੱਸਦਾ ਜੀ ਵੀ ਸਾਡੀ ਕੰਪਨੀ ਦੇ ਵਿੱਚ ਆਹ ਚੱਲ ਰਿਹਾ, ਵੀ ਬੌਸ ਆਪਾਂ ਅੱਗੇ ਇਹ ਕਰ ਲਈਏ, ਮੈਨੂੰ ਲੱਗਦਾ ਵੀ ਇਹਦੇ ਨਾਲ ਠੀਕ ਹੋ ਜਾਊਗਾ। ਹੁਣ ਬੌਸ ਉਹਦੇ ਨਾਲ ਅਗਰੀ ਕਰਦਾ ਨਹੀਂ ਕਰਦਾ, ਉਹ ਬਾਅਦ ਦੀਆਂ ਗੱਲਾਂ ਨੇ। ਦੇਖੋ, ਸੋ ਉਹ ਜਿਹੜਾ ਮੈਮੋ ਸੀ, ਉਹ ਮੈਮੋ ਦੇ ਵਿੱਚ ਕੀ ਸੀ ਕਿ ਉਹਨਾਂ ਨੇ ਡਿਪਟੀ ਮਿਨਿਸਟਰ ਨੇ ਜਿਹੜੇ ਆਪਣੇ ਇਮੀਗ੍ਰੇਸ਼ਨ ਦੇ, ਉਹਨਾਂ ਨੂੰ ਸਿਚੁਏਸ਼ਨ ਸਮਝਾਈ ਸੀ। ਉਹਨਾਂ ਨੇ ਸਿਚੁਏਸ਼ਨ ਦੇ ਵਿੱਚ ਦੱਸਿਆ ਜੀ ਆਪਣੇ ਕੋਲ 1.8 ਮਿਲੀਅਨ ਦਾ ਬੈਕਲੌਗ ਆ, ਤੇ ਉਹਦੇ ਚੋਂ ਆਲਮੋਸਟ 5 ਲੱਖ ਫਾਈਲ ਆ ਜਿਹੜੀ ਉਹ PR ਵਾਲੇ ਕੋਟੇ ਦੇ ਵਿੱਚ ਪਈ ਆ।
ਰਾਈਟ। ਤੇ ਉਹ 'ਚ ਉਹਨਾਂ ਨੇ ਕਿਹਾ ਵੀ ਆਪਣੇ ਵਾਸਤੇ ਬਹੁਤ ਔਖਾ ਹੋ ਜਾਣਾ ਵੀ ਜੇ ਆਪਾਂ ਜਿਹੜੇ ਹਾਈ ਸਕਿਲਡ ਲੋਕੀ ਨੇ ਉਹਨਾਂ ਨੂੰ ਹੋਰ ਭਰਤੀ ਕਰਦੇ ਗਏ ਇਹਨੂੰ ਕਲੀਅਰ ਕਰਨਾ। ਸੋ ਸਾਡੀ ਸੁਜੈਸ਼ਨ ਇਹ ਆ ਵੀ ਆਉਣ ਵਾਲੇ ਸਾਲ ਦੇ ਪਹਿਲੇ ਹਾਫ ਤੱਕ ਐਟਲੀਸਟ ਇਹ ਕੋਟਾ ਬੰਦ ਕਰ ਦਿਓ, ਕਿਉਂਕਿ ਇਹੀ ਚੀਜ਼ ਆ ਜਿਹਦੇ ਤੇ ਆਪਣਾ ਕੰਟਰੋਲ ਆ। ਕਿਉਂਕਿ ਜਿਹੜੀਆਂ ਦੇਖੋ ਸਪਾਊਜ਼ਰ PNPs ਨੇ ਉਹ ਪ੍ਰੋਵਿੰਸ ਨੇ ਦੇਈ ਜਾਣੀਆਂ ਨੇ, ਫੈਡਰਲ ਦਾ ਉਹਦੇ ਤੇ ਕੰਟਰੋਲ ਹੈ ਨਹੀਂ, ਫੈਡਰਲ ਨੂੰ ਪ੍ਰੋਸੈਸ ਕਰਨੀਆਂ ਹੀ ਪੈਣੀਆਂ ਨੇ। ਜਿਹੜੀਆਂ ਸਪਾਊਜ਼ਲ ਸਪਾਂਸਰਸ਼ਿਪਸ ਨੇ PR ਵਾਲੀਆਂ ਉਹਦੇ ਤੇ ਫੈਡਰਲ ਦਾ ਕੰਟਰੋਲ ਹੈ ਨਹੀਂ, ਫਾਈਲ ਲੱਗੀ ਉਹਨਾਂ ਨੂੰ ਪ੍ਰੋਸੈਸ ਕਰਨੀ ਹੀ ਪੈਣੀਆਂ। ਜਿਹੜੀਆਂ ਪੇਰੈਂਟ ਗ੍ਰੈਂਡ ਪੇਰੈਂਟ ਨੇ ਉਹ ਕਰਨੀ ਹੀ ਪੈਣੀਆਂ। TRV ਦੀ ਤੁਸੀਂ ਫਾਈਲ ਲਾਤੀ ਭਾਵੇਂ ਉਹ ਜਾ ਕੇ ਸਾਲ 'ਚ ਕਰਨ, ਉਹਨਾਂ ਨੂੰ ਪ੍ਰੋਸੈਸ ਕਰਨੀ ਹੀ ਪੈਣੀਆਂ, ਤੁਹਾਨੂੰ ਰਿਜ਼ਲਟ ਤਾਂ ਦੇਣਾ ਹੀ ਪੈਣਾ। SOWP ਦੀ ਲਾਤੀ ਉਹ ਪ੍ਰੋਸੈਸ ਕਰਨੀ ਹੀ ਪੈਣੀਆਂ। ਬਟ ਜਿਹੜੀਆਂ ਇਹ ਫਾਈਲਾਂ ਨੇ ਇਹਨਾਂ ਤੇ ਹੈਗਾ ਉਹਨਾਂ ਦਾ ਕੰਟਰੋਲ। ਸੋ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਕੰਟਰੋਲ ਕਰ ਲਓ 6 ਮਹੀਨੇ, ਅਸੀਂ ਬਾਕੀ ਕਰ ਦਈਏ। ਬਟ ਹੁਣ ਅੱਗੇ ਉਹਦਾ ਰਿਪਲਾਈ ਕੀ ਆਇਆ ਉਹ ਕਿਸੇ ਨੂੰ ਨਹੀਂ ਪਤਾ, ਉਹਦਾ ਪਾਲਿਸੀ ਕੀ ਬਣਨੀ ਹੈ ਉਹ ਕਿਸੇ ਨੂੰ ਨਹੀਂ ਪਤਾ। ਉਹ ਆਪਾਂ ਨੂੰ ਫੈਬਰਵਰੀ ਦੇ ਵਿੱਚ ਪਤਾ ਲੱਗਣਾ। ਤੇ ਜੋ ਮੈਂ ਪਹਿਲਾਂ 2 ਚੀਜ਼ਾਂ ਦੱਸ ਕੇ ਹਟਿਆ ਕਿ ਜੋ ਮੈਂ ਸ਼ੌਨ ਫਰੇਜ਼ਰ ਸਾਹਿਬ ਦੇ ਤੇਵਰ ਦੇਖੇ ਆ, ਮੈਨੂੰ ਲੱਗਦਾ ਨਹੀਂ ਵੀ ਉਹ ਕੋਈ ਬਾਹਲੇ ਮੂਡ ਦੇ ਵਿੱਚ ਹੈਗੇ ਆ ਵੀ ਉਹ ਇਹਨੂੰ ਘਟਾਉਣ ਦੇ ਮੂਡ ਦੇ ਵਿੱਚ ਹੈਗੇ ਆ। ਸੋ ਹੋ ਸਕਦਾ ਵੀ ਕੋਈ ਅਲਟਰਨੇਟ ਦੇ ਦੇਣ, ਕਿਉਂਕਿ ਉਹਨਾਂ ਨੇ ਜਿਹੜੀ ਇੱਕ ਗੱਲ ਕੀਤੀ ਸੀ, ਆਪਾਂ ਫੇਰ ਬੈਕਲੌਗ ਤੇ ਆ ਜਾਂਦੇ ਹਾਂ ਉਸੇ ਹਰਜਿੰਦਰ ਥਿੰਦ ਵਾਲੇ ਸ਼ੋਅ ਦੇ ਵਿੱਚ, ਫੰਡਿੰਗ ਦੀ, ਕਿ ਅਸੀਂ ਸਪੈਸੀਫਿਕਲੀ ਇਸੇ ਤੇ ਹੀ ਕੰਮ ਕਰ ਰਹੇ ਹਾਂ। ਸੋ ਕੁੱਲ ਮਿਲਾ ਕੇ ਗੱਲ ਇਹ ਆ ਵੀ ਸਪੈਕੂਲੇਸ਼ਨਸ ਨੇ, ਅੰਦਾਜ਼ੇ ਨੇ ਸਭ ਦੇ। ਅਸਲ ਗੱਲ ਸਿਰਫ ਇੰਨੀ ਆ ਵੀ ਉਹ ਮੈਮੋ ਸੀ, ਹਾਈਲੀ ਰੀਡੈਕਟਡ ਮੈਮੋ ਕਿਹਾ ਗਿਆ ਉਹਨੂੰ, ਵੀ ਉਹਦੇ ਚੋਂ ਬਹੁਤ ਜ਼ਿਆਦਾ ਇਨਫੋਰਮੇਸ਼ਨ ਸੀ ਜਿਹੜੀ ਉਹ ਲੁਕੋਈ ਹੋਈ ਸੀ, ਕਿਉਂਕਿ ਉਹ ਇੰਟਰਨਲ ਸੀ, ਉਹ ਆਪਾਂ ਨੂੰ ਦੱਸ ਨਹੀਂ ਸੀ ਸਕਦੇ। ਤੇ ਉਹਦੇ ਚੋਂ ਅੰਦਾਜ਼ੇ ਲਾਏ ਆ। ਹੁਣ ਉਹ ਅੰਦਾਜ਼ੇ ਨੇ ਜਿਹੜੇ ਉਹਨਾਂ ਨੂੰ ਕੁਝ ਲੋਕ ਐਂ ਕਰ ਰਹੇ ਨੇ ਜਿਵੇਂ ਉਹਨਾਂ ਦੇ ਹੱਥ FBI ਦਾ ਲੈਟਰ ਲੱਗ ਗਿਆ ਹੋਵੇ ਵੀ ਉਹ ਤਾਂ ਟੌਪ ਸੀਕ੍ਰੇਟ ਸੀ। ਵੀ ਉਹ ਦੇਖੋ, ਆਪਾਂ ਮੈਨੂੰ ਲੱਗਦਾ ਵੀ ਸਭ ਤੋਂ ਵਧੀਆ ਗੱਲ ਇਹ ਆ ਵੀ ਆਪਾਂ ਫੈਬਰਵਰੀ ਦੀ ਵੇਟ ਕਰੀਏ। 11 ਫਰਵਰੀ ਦੇ ਆਸ-ਪਾਸ ਉਮੀਦ ਆ ਵੀ ਨਵੀਂ ਪਾਲਿਸੀ ਇਹ ਦੱਸਣਗੇ, ਫਿਰ ਆਪਾਂ ਨੂੰ ਉਸ ਟਾਈਮ ਤੇ ਕਲੀਅਰ ਹੋ ਜਾਣਾ। ਤੇ ਉਹਦੇ 'ਚ ਇਹ ਆ ਵੀ ਹਾਂ, ਫਿਰ ਅਗੇਨ ਟ੍ਰਿਕਲ ਡਾਊਨ ਜੇ ਹੁੰਦਾ ਆ ਵੀ ਜੇ ਇਹ ਸਾਰਾ ਕੁਝ ਕਲੀਅਰ ਕਰਦੇ ਆ ਤਾਂ ਪ੍ਰੈਸ਼ਰ ਘਟੂਗਾ। ਉਹ ਪ੍ਰੈਸ਼ਰ ਘਟਦਾ ਆ, ਉਹਦਾ SOWP ਨੂੰ ਫਾਇਦਾ ਹੋਣਾ ਆ। ਜਾਣੀ ਕਿ ਆਪਾਂ ਮੰਨ ਸਕਦੇ ਹਾਂ ਬਾਈ ਜੀ ਵੀ ਆਪਾਂ ਕੋਈ ਵੀ ਗੱਲ, ਮੈਂ ਹਮੇਸ਼ਾ ਬਾਈ ਜੀ ਇੱਕ ਗੱਲ ਕਰਦਾ ਹੁੰਦਾ ਕਿ ਜਦੋਂ ਅਸੀਂ ਪਬਲਿਕ ਪਲੇਟਫਾਰਮ ਤੇ ਹੁੰਨੇ ਆ ਨਾ ਸਾਰੇ, ਤਾਂ ਗੱਲ ਬੜੀ ਸੋਚ ਸਮਝ ਕੇ ਕਹਿਣੀ ਚਾਹੀਦੀ ਆ। ਤੇ ਕਿਉਂਕਿ ਮੁੜ ਕੇ ਨਾ ਗੱਲ ਰੈਪੂਟੇਸ਼ਨ ਤੇ ਆ ਜਾਂਦੀ ਹੈ ਬਾਈ ਜੀ। ਹੁਣ ਬੰਦੇ ਕਈ ਗੱਲ ਕਹਿ ਤਾਂ ਦਿੰਦੇ ਆ, ਹੁਣ ਜਸਰਾਜ ਜਾਣੀ ਕਿ ਜਸਰਾਜ ਜੀ ਹੱਲਨ ਜੀ, ਠੀਕ ਹੈ, ਤੇ ਉਹਨਾਂ ਨੇ ਕਈ ਵਾਰ ਇਸ ਚੀਜ਼ ਦੇ ਉੱਤੇ ਗੱਲਬਾਤ ਕੀਤੀ ਹੈ ਕਿ ਲਿਬਰਲ ਇਦਾਂ ਕਰ ਰਹੀ ਆ। ਸੋ ਬਹੁਤ ਜ਼ਿਆਦਾ ਮੈਨੂੰ ਉਹਨਾਂ ਦਾ ਬਹੁਤ ਵਧੀਆ ਇਸ ਦੇ ਵਿੱਚ ਲੱਗਿਆ ਕਿ ਉਹਨਾਂ ਨੇ ਸਾਰੇ ਨੇ ਬਹੁਤ ਵਧੀਆ ਆਪਦੀ ਪੋਜ਼ਿਟਿਵ ਅਪਰੋਚ ਦੇ ਨਾਲ ਇਹ ਸਾਰੀਆਂ ਚੀਜ਼ਾਂ ਕੀਤੀਆਂ। ਤੇ ਬਾਈ ਜੀ ਅੱਜ ਇੱਕ ਹੋਰ ਖੁਲਾਸਾ ਇੱਥੇ ਮੈਂ ਤੁਹਾਡੇ ਤੋਂ ਕਰਨਾ ਚਾਹਣਾ ਹੈ ਕਿ ਇੰਡੀਆ ਦੇ ਵਿੱਚ ਬਾਇਓਮੈਟ੍ਰਿਕ ਸਕੈਮ ਨੂੰ ਬੰਦ ਕਰਾਉਣ ਦੇ ਵਿੱਚ ਕਹਿੰਦੇ ਵੀ ਅਮਨਦੀਪ ਸਿੰਘ ਢਿੱਲੋਂ ਦਾ ਬਹੁਤ ਵੱਡਾ ਹੱਥ ਆ। ਸੋ ਅੱਜ ਮੈਨੂੰ ਉਹਦੇ ਤੇ ਵੀ ਚਾਨਣਾ ਪਾ ਦਿਓ, ਸਾਰਾ ਕੀ ਕੁਛ ਸੀ ਆ। ਬਹੁਤ ਲੋਕ ਕਹਿੰਦੇ ਆ ਕਿ IRCC ਦੇ ਬੰਦੇ ਪਹੁੰਚ ਗਏ ਜੀ, ਉਹਨਾਂ ਨੇ ਐਂ ਕੀਤਾ, ਸੋ ਜਿਉਂ ਕੀਤਾ, ਸੱਪ ਕੱਢਤੇ ਇਉਂ ਕੱਢਤੇ। ਅੱਜ ਉਹਦਾ ਵੀ ਬਾਈ ਜੀ ਕ੍ਰੈਡਿਟ, ਮੈਂ ਕਹਿੰਦੇ ਹੁੰਦੇ ਵੀ ਜਿਹੜਾ ਬੰਦਾ ਸਹੀ ਹੈ ਨਾ ਉਹਨੂੰ ਕ੍ਰੈਡਿਟ ਜਾਣਾ ਚਾਹੀਦਾ। ਸੋ ਮੈਨੂੰ ਉਹ ਪ੍ਰੋਸੈਸ ਦੱਸ ਦਿਓ, ਅੱਜ ਲੋਕਾਂ ਦੇ ਸਾਹਮਣੇ ਆਪਾਂ ਕਰ ਦਈਏ ਵੀ ਜਿਹੜੇ ਬੰਦੇ ਦਾ ਹੱਥ ਸੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰਨ ਦੇ ਵਿੱਚ ਬੜਾ ਜਿਹਾ, ਉਹ ਦੱਸੋ ਅੱਜ ਜੀ। ਸੋ ਚਲੋ ਕ੍ਰੈਡਿਟ ਤਾਂ ਆਪਾਂ ਕਾਹਨੂੰ ਲੈਣਾ, ਕਿਉਂਕਿ ਉਹ ਕਰਨ ਦਾ ਵੀ ਜਿਹੜਾ ਆਪਣਾ ਮਕਸਦ ਸੀ ਉਹ ਕਿਤੇ ਵੀ ਇਹ ਨਹੀਂ ਸੀ ਵੀ ਹਾਂ ਆਪਣਾ ਕਿਤੇ ਨਾਮ ਆਵੇ ਜਾਂ ਆਪਣਾ ਕੋਈ ਕ੍ਰੈਡਿਟ ਹੋਵੇ। ਬਟ ਉਹ ਹੋਇਆ ਸ਼ੁਰੂ ਐਵੇਂ ਹੀ ਕਿ ਮੇਰੀਆਂ ਵਿਜ਼ਟਰ ਵੀਜ਼ੇ ਵਾਲੀਆਂ ਫਾਈਲਾਂ ਸੀ ਤੇ ਮੈਂ ਕਿਸੇ ਨੂੰ ਕਹਿੰਦਾ ਨਹੀਂ ਹੁੰਦਾ ਪੈਸੇ ਦੇ ਦਿਓ, ਤੇ ਉਹ ਕਹਿੰਦੇ ਬਾਈ ਜੀ ਵੀ ਉੱਥੇ ਤਾਂ ਸਾਥੋਂ ਪੈਸੇ ਮੰਗੀ ਜਾਂਦੇ ਆ, ਵੀ ਹੁਣ ਜਾਂ ਤਾਂ ਸਾਨੂੰ ਲੇਟ ਕਰ ਦਿਓ ਜਾਂ ਅਸੀਂ ਉਹਨਾਂ ਨੂੰ ਪੈਸੇ ਦੇ ਦਿੰਦੇ ਆ। ਤੇ ਇਹਦੇ ਬਾਰੇ ਮੈਂ ਸਭ ਤੋਂ ਪਹਿਲਾਂ BFS ਨੂੰ ਟਵਿੱਟਰ ਤੇ ਮੈਸੇਜ ਕੀਤਾ। ਮੈਂ ਉਹਨਾਂ ਨੂੰ ਟੈਗ ਕਰਕੇ ਇੱਕ ਪੋਸਟ ਪਾਈ ਵੀ ਆ ਚੱਲ ਰਿਹਾ, ਤਾਂ ਉਹਨਾਂ ਦਾ ਮੈਨੂੰ DM ਦੇ ਵਿੱਚ ਪ੍ਰਾਈਵੇਟ ਮੈਸੇਜ ਆਇਆ ਕਿ ਸਾਨੂੰ ਸਿਚੁਏਸ਼ਨ ਦੱਸੋ ਕੀ ਹੋ ਰਿਹਾ। ਸੋ ਮੈਂ ਉਹਨਾਂ ਨੂੰ ਸਿਚੁਏਸ਼ਨ ਦੱਸੀ ਜੀ। ਹਫ਼ਤੇ ਬਾਅਦ ਉਹਨਾਂ ਦਾ ਫੇਰ ਆਇਆ ਵੀ ਅਸੀਂ ਦੇਖ ਰਹੇ ਹਾਂ ਜੀ, ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਐਡੀ ਸਾਫ਼ ਸਿਚੁਏਸ਼ਨ ਆ, ਤੁਹਾਨੂੰ ਕੀ ਨਹੀਂ ਪਤਾ ਲੱਗ ਰਿਹਾ। ਚਲੋ ਮੈਂ ਸੋਚਿਆ ਵੀ ਹੁਣ ਇੱਥੇ ਕੁਛ ਨਹੀਂ ਨਿਕਲਦਾ। ਉਦੋਂ ਮਾਰਕੋ ਸਾਹਿਬ ਹੁੰਦੇ ਸੀ, ਮਾਰਕੋ ਮੈਂਡਚੀਨੋ ਆਪਣੇ ਆਨਰੇਬਲ ਮਿਨਿਸਟਰ ਸੀ। ਮੈਂ ਮਿਨਿਸਟਰ ਨੂੰ ਮੇਲ ਕੀਤੀ ਤਾਂ ਮਿਨਿਸਟਰ ਦੀ ਉਹੀ ਜੈਨਰਿਕ ਰਿਪਲਾਈ ਆਈ ਵੀ ਅਸੀਂ ਦੇਖਦੇ ਹਾਂ ਇਹਦੇ ਬਾਰੇ। ਸੋ ਉਸ ਟਾਈਮ ਤੇ ਮੈਨੂੰ ਲੱਗਿਆ ਵੀ ਜਿਵੇਂ ਦਾ ਸਿਸਟਮ ਚੱਲ ਰਿਹਾ ਵੀ ਆਪਾਂ ਨੂੰ ਥੋੜਾ ਜਿਹਾ ਇਹਦੇ ਤੇ ਕੋਈ ਪ੍ਰੋਐਕਟਿਵ ਸਟੈਂਡ ਲੈਣਾ ਚਾਹੀਦਾ। ਸੋ ਸਭ ਤੋਂ ਪਹਿਲੀ ਜਿਹੜੀ ਚੀਜ਼ ਆਪਾਂ ਕੀਤੀ, ਮੈਂ ਜਿਹੜਾ ਇੱਥੇ ਦਾ ਮੀਡੀਆ ਆ ਆਪਣੇ ਇੱਥੇ ਜਿਹੜਾ CBC ਆਪਣਾ ਗਵਰਨਮੈਂਟ ਦਾ ਚੈਨਲ ਆ, ਉਹਦਾ ਇੱਕ ਪੰਜਾਬੀ ਕਹਿ ਲਓ ਵੀ ਪੰਜਾਬੀ ਪਾਰਟ ਆ ਜਿਹੜਾ CBC ਪੰਜਾਬੀ ਦੇ ਵਿੱਚ ਪਬਲੀਕੇਸ਼ਨ ਕਰਦਾ ਆ। ਉੱਥੇ ਆਪਣੇ ਪੰਜਾਬੀ ਦੇ ਵਿੱਚ ਪੱਤਰਕਾਰ ਨੇ ਬਾਈ ਸਰਬਮੀਤ ਸਿੰਘ,
ਉਹਨਾਂ ਨਾਲ ਮੈਂ ਇਹ ਗੱਲ ਡਿਸਕਸ ਕਰਕੇ ਤੇ ਆਪਾਂ CBC ਦੇ ਉੱਪਰ ਇਸ ਚੀਜ਼ ਨੂੰ ਲੈ ਕੇ ਗਏ। ਤੋ CBC ਤੋਂ ਬਾਅਦ ਫਿਰ ਦੂਜੀ ਜਿਹੜੀ ਆਪਾਂ ਚੀਜ਼ ਕੀਤੀ, ਜਿਹੜਾ ਆਪਣਾ ਕਨੈਕਟ FM ਵੈਨਕੂਵਰ ਦਾ ਹੈਗਾ, ਉੱਥੇ ਵਿਜੇ ਭੈਵਵ ਸੈਣੀ ਆ ਤੇ ਆਪਣੇ ਇੱਕ ਹੋਰ ਪੱਤਰਕਾਰ ਆ, ਮੈਂ ਭੁੱਲ ਗਿਆ, ਆਪਾਂ ਉਹਨਾਂ ਨਾਲ ਉਹ ਕਰਕੇ ਲੋਕਾਂ ਨੂੰ ਕਿਹਾ ਵੀ ਸਾਥ ਦਿਓ, ਆਪਾਂ ਸ਼ੁਰੂ ਕਰਨ ਲੱਗੇ ਹਾਂ ਇਹਦੇ ਵਾਸਤੇ ਇੱਕ ਪਟੀਸ਼ਨ। ਸੋ ਉਹ ਪਟੀਸ਼ਨ ਦੇ ਵਿੱਚ ਆਪਣੇ ਸਾਥੀ RCIC ਵੀ ਨਾਲ ਆਏ ਆਪਣੇ, ਤੇ ਉਹ ਸਾਰਾ ਆਇਆ, ਤੇ ਜਦ ਉਹ ਪਟੀਸ਼ਨ ਆਪਣੀ ਥੋੜੀ ਜਿਹੀ ਪਹੁੰਚ ਗਈ, ਮੈਂ ਉਹ ਸਾਰੇ ਪਟੀਸ਼ਨ ਨੂੰ ਚੱਕ ਕੇ ਉਹਦੇ ਨੋਟਸ ਲੈ ਕੇ ਸਭ ਕੁਝ ਕਰਕੇ ਆਪਾਂ ਦੁਬਾਰੇ ਫੇਰ ਜਸਰਾਜ ਹੱਲਣ ਹੋਰਾਂ ਨੂੰ, ਜਗਮੀਤ ਸਿੰਘ ਹੋਰਾਂ ਨੂੰ, ਤੇ ਉਦੋਂ ਤੱਕ ਸ਼ੌਨ ਫਰੇਜ਼ਰ ਹੋਰੀ ਆ ਗਏ ਸੀ, ਇਹਨਾਂ ਨੂੰ ਦੁਬਾਰੇ ਫੇਰ ਸਾਰਾ ਕੁਝ ਪਾਇਆ ਕਿ ਆਹ ਦੇਖੋ ਜੀ ਇੰਨੇ ਲੋਕੀ ਤੰਗ ਆ ਸਾਰਾ ਕੁਝ ਹੋ ਰਿਹਾ। ਤੇ ਅੱਛਾ, ਆਪਣੇ ਕੋਲੇ ਉਹਦੇ ਵਿੱਚ ਇਹ ਸੀ ਵੀ ਆਪਾਂ ਜਿਹੜੇ ਲੋਕਲ MP ਸੀ ਉਹਨਾਂ ਤੱਕ ਵੀ ਸਾਰਿਆਂ ਤੱਕ ਅਪਰੋਚ ਕੀਤੀ ਵੀ ਇਹ ਸਾਰਾ ਕੁਝ ਚੱਲ ਰਿਹਾ। ਤੇ ਉਹਦੇ 'ਚ ਅਸਲ 'ਚ ਸਭ ਤੋਂ ਵੱਡੀ ਗੱਲ ਇਹ ਸੀ ਵੀ ਜਿਹੜਾ ਮੇਰਾ ਸਵਾਲ ਸੀ ਪਟੀਸ਼ਨ ਦੇ ਵਿੱਚ ਵੀ, ਤੇ ਜਿੰਨੀਆਂ ਮੈਂ ਈਮੇਲਾਂ ਕੀਤੀਆਂ, ਮੈਂ ਉਹਨਾਂ ਨੂੰ ਕਿਹਾ ਵੀ ਇਹਦਾ ਜਿਹੜਾ ਹੱਲ ਹੈ, ਮੈਂ ਤੁਹਾਨੂੰ ਹੱਲ ਦੱਸਦਾ ਵੀ। ਪ੍ਰੋਬਲਮ ਤਾਂ ਬਹੁਤ ਲੋਕ ਦੱਸ ਦੇਣਗੇ, ਪ੍ਰੋਬਲਮ ਤਾਂ ਹੈਗੀ ਆ, ਉਹ ਸਾਨੂੰ ਦਿਖਦੀ ਆ, ਲੋਕ ਪੈਸੇ ਦੇ ਰਹੇ ਨੇ, ਪਰ ਮੈਂ ਹੱਲ ਦੱਸ ਰਿਹਾ। ਹੱਲ ਇਹਦਾ ਬਹੁਤ ਸਿੰਪਲ ਹੈ ਵੀ ਜਿਹੜੀ BIL ਹੈ ਉਹ ਤੁਸੀਂ ਜ਼ਰੂਰੀ ਕਰ ਦਿਓ। ਜਿਹਦੇ ਕੋਲੇ BIL ਨਹੀਂ ਹੋਊਗੀ ਉਹ ਬੰਦਾ ਜੇ ਨਹੀਂ ਉੱਥੇ ਜਾ ਕੇ ਉਹ ਇੱਕ ਜਗ੍ਹਾ ਨੂੰ, ਉਹ ਆਪਾਂ ਜਿਵੇਂ ਉਹ ਖੇਡਦੇ ਹੁੰਦੇ ਕਹਿੰਦੇ ਸੀ ਵੀ ਜਗ੍ਹਾ ਨੂੰ ਮਾਲ ਹੀ ਨਹੀਂ ਸਕਦਾ, ਤੇ ਉਹ ਸਪੌਟ ਖਾਲੀ ਦਾ ਖਾਲੀ ਰਹਿ ਜਾਊਗਾ। ਸੋ ਐਟ ਦਾ ਐਂਡ ਹੋਇਆ ਉਹੀ, ਇਹਨਾਂ ਨੇ ਉਹ BIL ਨੂੰ ਜ਼ਰੂਰੀ ਕਰਤਾ ਤੇ ਉਹ ਆਪਣੇ ਆਪ ਹੀ ਪ੍ਰੋਬਲਮ ਸੋਲਵ ਹੋ ਗਈ। ਐਡੀ ਕੀ ਪ੍ਰੋਬਲਮ ਸੀ ਉਹ, ਬਸ ਇਹ ਆ ਵੀ ਉਹਦੇ 'ਚੋਂ ਜਿਨ੍ਹਾਂ ਨੇ ਕਮਾਈ ਕਰਨੀ ਸੀ ਬਹੁਤ ਕਰ ਗਏ। ਹਾਲਾਂਕਿ ਜਿਹੜਾ ਆਪਣਾ ਨੈਕਸਟ ਸਟੈਪ ਸੀ ਸਾਡਾ, ਇੱਕ ਵੱਡਾ ਇੱਥੇ ਆਪਣੇ ਇੱਥੇ ਓਮਨੀ TV ਆ, ਅਸੀਂ ਇੱਕ ਪੂਰਾ ਸਟਿੰਗ ਟਾਈਪ ਚੀਜ਼ ਵੀ ਇੱਕ ਆਪਾਂ ਪੂਰੀ ਤਿਆਰ ਕਰਕੇ ਰੱਖੀ ਹੋਈ ਸੀ। ਉਹਦੇ ਵਿੱਚ ਉਹਨਾਂ ਨਾਲ ਗੱਲਾਂ ਦੀਆਂ ਫੋਨ ਰਿਕਾਰਡਿੰਗਸ, ਉਹਨਾਂ ਦੇ ਸਕਰੀਨ ਸ਼ਾਟ ਜਿਹੜੇ ਉੱਥੇ ਪੈਸੇ ਲੈ ਰਿਹਾ, ਤੇ ਜੇ ਇਹ ਨਾ ਹੁੰਦਾ ਤਾਂ ਫਿਰ ਉਹ ਚੀਜ਼ ਆਪਾਂ ਜਨਤਕ ਕਰਨ ਦੀ ਤਿਆਰੀ ਕਰ ਰਹੇ ਸੀ। ਤੇ ਉਹਦੇ ਵਿੱਚ ਹੀ ਉਹਨਾਂ ਨੇ ਆਪਾਂ ਨੂੰ ਕਿਹਾ ਵੀ ਨਹੀਂ ਬਸ ਹੁਣ ਹੋ ਗਿਆ, ਤੇ ਚਲੋ ਆਪਾਂ ਫਿਰ ਉਹ ਗੱਲ ਉੱਥੇ ਛੱਡਤੀ। ਆਪਾਂ ਪਟੀਸ਼ਨ ਆ ਜੀ ਉਹ ਥੈਂਕ ਯੂ ਕਰਕੇ ਬੰਦ ਕਰਤੀ, ਤੇ ਸਾਰਿਆਂ ਨੂੰ ਥੈਂਕ ਯੂ ਕਰਤਾ, ਇੰਨਾ ਹੀ ਕੰਮ ਸੀ ਉਹ। ਨਹੀਂ ਬਾਈ ਜੀ, ਇਹ ਕਰਦੇ ਕਰਾਉਂਦੇ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹ ਪੈਸੇ ਸੀ ਜਿਹੜੇ ਉਹ ਪਹਿਲਾਂ ਥੋੜੇ ਬਹੁਤੇ ਚੱਲਦੇ ਸੀ। ਆਪਣਾ ਸਤੰਬਰ ਆਉਂਦੇ ਅਪੁਆਇੰਟਮੈਂਟਾਂ ਖਤਮ ਹੋ ਗਈਆਂ ਸੀ, ਸਕੈਰਸਿਟੀ ਐਡੀ ਹੋ ਗਈ ਸੀ ਵੀ ਲੋਕ 30-30 ਹਜ਼ਾਰ ਵੀ ਮੰਗਣ ਲੱਗ ਗਏ ਸੀ। ਕਿਉਂਕਿ ਇਨੀਸ਼ੀਅਲੀ ਇਹ ਕੰਮ ਜਦੋਂ ਸ਼ੁਰੂ ਹੋਇਆ ਤਾਂ ਉਦੋਂ ਇਹ ਸੀ ਵੀ ਇੱਕ ਦੋ ਮੇਰੇ ਵਰਗੇ ਨੇ ਦੇਖਿਆ ਤੇ ਅੰਦਰ ਗੱਲਬਾਤ ਕੀਤੀ ਕਿ ਆਹ ਤਾਂ ਕੰਮ ਹੀ ਸੌਖਾ ਵੀ ਆਪਾਂ ਆਪਣੇ ਨਾਂ ਤੇ ਬੁੱਕ ਕਰਾਉਂਦੇ ਆ, ਤੇ ਉਹ ਕੋਈ ਵੀ ਬੁੱਕ ਕਰਾ ਸਕਦਾ ਕਿਉਂਕਿ ਉਹਦੇ ਵਾਸਤੇ ਕੁਝ ਚਾਹੀਦਾ ਹੀ ਨਹੀਂ ਸੀ ਬੁੱਕ ਕਰਾਉਣ ਵਾਸਤੇ। ਤੁਹਾਨੂੰ ਪਾਸਪੋਰਟ ਨੰਬਰ ਵੀ ਨਹੀਂ ਚਾਹੀਦਾ, ਇੱਕ ਫੋਨ ਨੰਬਰ, ਇੱਕ ਈਮੇਲ ID। ਮੈਂ ਬੁੱਕ ਕਰਾ ਲਿਆ, ਤੁਹਾਨੂੰ ਕਿਹਾ ਹਾਂਜੀ ਲਿਆਓ ਦਵਾਉਂਦੇ ਆ, ਮੈਂ ਆਪਦੇ ਵਾਲਾ ਕੈਂਸਲ ਕੀਤਾ, ਨਾਲ ਦੀ ਨਾਲ ਤੁਹਾਨੂੰ ਪਾਇਆ, ਚਲੋ ਤੁਹਾਨੂੰ ਅੰਦਰ ਕੀਤਾ, ਆਪਣੇ 20-50 ਹਜ਼ਾਰ ਜੇਬ 'ਚ ਪਾਏ। ਤੇ ਉਹ ਜਦੋਂ ਫਿਰ ਉਹ ਜਿੰਨਿਆਂ ਨੂੰ ਪਤਾ ਲੱਗੀ ਗਿਆ ਉਹ ਗੱਲ ਇੰਨੀ ਵੱਧ ਗਈ ਵੀ ਉਹਨਾਂ ਨੇ 2 ਸਾਲ ਬੁੱਕ ਕਰਤੇ ਐਡਵਾਂਸ ਦੇ ਵਿੱਚ, ਫਿਰ ਜਾ ਕੇ ਰੌਲਾ ਪਿਆ। ਸੋ ਇਹ ਸਤੰਬਰ ਤੋਂ ਗੱਲ ਸ਼ੁਰੂ ਹੋਈ ਆ ਜੀ, ਸਤੰਬਰ ਤੋਂ ਇਹ ਸਾਰਾ ਕੁਝ ਚੱਲ ਰਿਹਾ ਸੀ ਇੰਟਰਨਲੀ, ਤੇ ਕਰਦੇ ਕਰਾਉਂਦੇ ਵੀ ਆਪਾਂ ਰਿਜ਼ਲਟ ਆ ਮੁੜ ਕੇ ਵੀ ਜਨਵਰੀ 'ਚ ਆ ਕੇ ਇਹ ਚੀਜ਼ਾਂ ਚੇਂਜ ਹੁੰਦੀਆਂ। ਬਾਈ ਜੀ ਇਸ ਗੱਲ ਤੇ ਮੈਂ ਤੁਹਾਡੇ ਤੋਂ ਮਾਫੀ ਚਾਹੁੰਦਾ ਕਿ ਠੀਕ ਹੈ ਕਈ ਵਾਰ ਤੁਸੀਂ ਇਹ ਗੱਲ ਮੈਨੂੰ ਅਲਾਉ ਨਹੀਂ ਕਰਦੇ, ਬਟ ਮੈਨੂੰ ਕਈ ਵਾਰ ਖਿਝ ਆ ਜਾਂਦੀ ਆ ਬਾਈ ਜੀ ਵੀ ਮੈਂ 2-4 ਜਿਹੜੇ ਅਨਆਥੋਰਾਈਜ਼ਡ ਲੋਕ ਨੇ, ਠੀਕ ਹੈ, YouTube ਤੇ ਘੰਟੇ ਬਾਅਦ ਬਾਈ ਜੀ ਵੀਡੀਓ ਪਾਉਂਦੇ ਆ ਕਿ ਅਸੀਂ ਐਂ ਕਰਤਾ, ਅਸੀਂ ਜਿਉਂ ਕਰਤਾ, ਆਹ ਕਰਤਾ, ਉਹਨਾਂ ਦੇ ਬੰਦੇ ਪਹੁੰਚ ਗਏ ਵੀ ਆਹ ਬੰਦਾ ਬਾਈ ਜੀ ਤੁਹਾਡੇ ਸਾਹਮਣੇ ਬੈਠੇ ਆ ਬਾਈ ਜੀ ਹੁਣੇ, ਠੀਕ ਹੈ, ਵੀ ਜਿਨ੍ਹਾਂ ਨੇ ਪੂਰਾ ਇਹ ਬੀੜਾ ਚੱਕਿਆ। ਤੇ ਜਾਣੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਹੋਰ ਵੀ ਕੁਝ ਚੀਜ਼ਾਂ ਕਰ ਰਹੇ ਹਾਂ ਜਿਹੜੇ ਅਨਆਥੋਰਾਈਜ਼ਡ ਲੋਕ ਪ੍ਰੈਕਟਿਸ ਕਰਦੇ ਆ ਤੇ ਸਾਡੇ ਭੈਣ ਭਰਾਵਾਂ ਨੂੰ ਦੁਖੀ ਕਰਦੇ ਆ ਬਾਈ ਜੀ। ਪਰ ਉਹਦੇ ਵਿੱਚ ਬਾਈ ਜੀ ਤੁਸੀਂ ਇੱਕ ਚੀਜ਼ ਹਮੇਸ਼ਾ ਕਹਿੰਦੇ ਹੁੰਦੇ ਕਿ ਵੀ ਸਾਡੇ ਲੋਕ ਵੀ ਬਹੁਤ ਵਿੰਡੋ ਸ਼ਾਪਿੰਗ ਦੇ ਸ਼ੌਕੀਨ ਆ। ਸੋ ਵਿੰਡੋ ਸ਼ਾਪਿੰਗ ਕਰਦਿਆਂ ਫਿਰ ਜਦੋਂ 1-2 ਰਿਫਿਊਜ਼ਲਾਂ ਆ ਜਾਂਦੀਆਂ ਤੇ ਫਿਰ ਦੂਜੇ ਕੋਲੇ ਚਲ ਜਾਂਦੇ ਆ, ਤੇ ਫਿਰ ਅਗਲੇ ਨੂੰ ਕਹਿੰਦੇ ਵੀ ਬਾਈ ਜੀ ਹੁਣ ਗਰੰਟੀ ਲੈ ਲਾ ਵੀ ਤੂੰ ਕਰਕੇ ਹੀ ਦੇਣਾ। ਬਾਈ ਜੀ ਗਰੰਟੀ ਮੈਨੂੰ ਨਹੀਂ ਲੱਗਦਾ ਵੀ ਇਮੀਗ੍ਰੇਸ਼ਨ ਦੇ ਵਿੱਚ ਕੋਈ ਵੀ ਦੇ ਸਕਦਾ, ਤੇ ਨਾ ਹੀ ਮੈਂ ਅੱਜ ਤੱਕ ਸੁਣੀ ਆ। ਜਿਹੜਾ ਵੀ ਇਮੀਗ੍ਰੇਸ਼ਨ ਦੇ ਵਿੱਚ, ਮੈਂ ਇੱਥੇ ਸੌਰੀ ਤੁਹਾਨੂੰ ਵਿੱਚ ਟੋਕ ਰਿਹਾ, ਇਮੀਗ੍ਰੇਸ਼ਨ ਦੇ ਵਿੱਚ ਜੇ ਆਪਾਂ ਐਕਚੁਅਲੀ ਆਥੋਰਾਈਜ਼ਡ ਵਾਲੀ ਗੱਲ ਕਰੀਏ ਤਾਂ ਇਮੀਗ੍ਰੇਸ਼ਨ ਦੇ ਵਿੱਚ ਗਰੰਟੀ ਲੈਣੀ ਇਲੀਗਲ ਹੈ। ਜਿਹੜਾ ਬੰਦਾ ਤੁਹਾਨੂੰ ਇਹ ਕਹਦੇ ਮੈਂ 100% ਵੀਜ਼ਾ ਦਵਾਉਂਗਾ, ਉਹ ਬੰਦਾ ਲੀਗਲ ਹੋ ਹੀ ਨਹੀਂ ਸਕਦਾ, ਕਿਉਂਕਿ ਜਿਹੜਾ ਸਾਨੂੰ ਇੱਥੇ ਕਾਨੂੰਨ ਪੜ੍ਹਾਇਆ ਜਾਂਦਾ, ਜਿਹੜਾ IRPA ਆ, ਜਿਹੜਾ IRPR ਹੈ, ਜਿਹੜਾ ਬਾਏ ਲਾਜ਼ ਨੇ ਕਾਲਜ ਆਫ ਇਮੀਗ੍ਰੇਸ਼ਨ ਕੰਸਲਟੈਂਟਸ ਦੇ, ਉਹ ਕਹਿੰਦੇ ਨੇ ਵੀ ਤੁਸੀਂ ਗਰੰਟੀ ਲੈ ਹੀ ਨਹੀਂ ਸਕਦੇ। ਮੈਂ ਜੇ ਕਿਸੇ ਨੂੰ ਕਹਿੰਦਾ ਮੈਂ 100% ਵੀਜ਼ਾ ਲਵਾਉਂਗਾ, ਉਹ ਮੇਰੀ ਰਿਕਾਰਡਿੰਗ ਕਰਕੇ CIC ਨੂੰ ਦੇ ਦੇ, ਤੇ ਉਹ ਮੇਰੇ ਲਾਇਸੈਂਸ ਕੈਂਸਲ ਤੱਕ ਦੀ ਗੱਲ ਆ ਵੀ ਮੈਂ ਗਰੰਟੀ ਆਪਾਂ ਲੈ ਹੀ ਨਹੀਂ ਸਕਦੇ। ਤੇ ਜਿਹੜਾ ਬੰਦਾ ਤੁਹਾਨੂੰ 100% ਗਰੰਟੀ ਲੈ ਦਿੰਦਾ, ਮਤਲਬ ਉਹ ਬੰਦਾ ਸਹੀ ਨਹੀਂ ਹੈਗਾ, ਸਿੱਧੀ ਜੀ ਗੱਲ ਹੈ।
ਬਾਈ ਜੀ ਮੈਨੂੰ ਹਾਸਾ ਆਈ ਜਾਂਦਾ, ਇੱਕ ਤਾਂ ਮੈਂ ਸਰਦਾਰ ਸਾਹਿਬ ਨੇ, ਮੈਂ ਉਹਨਾਂ ਤੋਂ ਪੁੱਛ ਲਿਆ, ਮੈਂ ਕਿਹਾ ਜੀ ਤੁਹਾਡੇ ਕੋਲੇ ਲਾਇਸੈਂਸ ਹੈਗਾ RCIC ਦਾ? ਕਹਿੰਦਾ ਕਾਕਾ ਮੈਂ UK ਤੋਂ ਪੜ੍ਹ ਕੇ ਆਇਆ, ਤੇ ਮੈਂ UK ਤੋਂ ਮੈਂ ਇੰਡੀਆ ਦੇ ਵਿੱਚ ਕੰਮ ਕਰਨ ਵਾਸਤੇ ਕੋਈ ਲਾਇਸੈਂਸ ਦੀ ਲੋੜ ਨਹੀਂ ਹੈ, ਸਾਡੇ ਕੋਲੇ ਪੰਜਾਬ ਗਵਰਨਮੈਂਟ ਦੀਆਂ ਰਿਕੁਆਇਰਮੈਂਟਸ ਹੈਗੀਆਂ। ਮੈਂ ਕਿਹਾ ਵੀ IRCC ਤਾਂ ਕਹਿੰਦੀ ਆ ਵੀ ਬਿਲਕੁਲ ਆਥੋਰਾਈਜ਼ ਪਰਸਨ ਚਾਹੀਦਾ। ਸੋ ਉਹ ਬੰਦੇ ਨੇ ਮੈਨੂੰ ਚੱਕ ਕੇ ਬਲੌਕ ਕਰਤਾ ਬਾਈ ਜੀ, ਠੀਕ ਹੈ ਜੀ। ਤੇ ਬਹੁਤ ਸਾਰੇ ਭੈਣ ਭਰਾ ਉਹਨਾਂ ਕੋਲੇ ਫਾਈਲਾਂ ਲਵਾਉਂਦੇ ਆ, ਤੇ ਫਾਈਲਾਂ ਲਵਾਉਣ ਤੋਂ ਬਾਅਦ ਬਾਈ ਜੀ ਇੱਕ ਹੋਰ ਚੀਜ਼ ਅੱਜ ਕਲੀਅਰ ਕਰ ਦਿਓ ਕਿ ਹਮੇਸ਼ਾ ਹੀ ਜਦੋਂ ਤੁਸੀਂ ਆਥੋਰਾਈਜ਼ ਪਰਸਨ ਕੋਲੋਂ ਫਾਈਲ ਲਵਾਉਣੇ ਆ, ਤਾਂ ਉਹਦੇ ਤੇ ਕੋਈ ਹੱਕ ਨਹੀਂ ਹੁੰਦਾ ਕਿ ਉਹ ਤੁਹਾਨੂੰ ਨਾ ਦੇਵੇ। ਬਿਲਕੁਲ ਠੀਕ ਹੈ, ਬਿਲਕੁਲ ਬਾਈ ਲਾਓ। ਬਿਲਕੁਲ ਬਾਈ ਲਾ ਜੀ ਇਹ ਕਹਿੰਦਾ ਵੀ ਜਿਹੜਾ ਮਟੀਰੀਅਲ ਹੈ ਉਹ ਸਾਡਾ ਮਟੀਰੀਅਲ ਨਹੀਂ ਹੈਗਾ, ਉਹਦੇ ਚ ਸਬਮਿਸ਼ਨ ਸਾਡੀ ਹੋ ਸਕਦੀ ਹੈ, ਬਟ ਜਿਹੜਾ ਫਿਜ਼ੀਕਲ ਮਟੀਰੀਅਲ ਤੁਸੀਂ ਦਿੱਤਾ, ਸਾਨੂੰ ਫੋਟੋਆਂ ਦਿੱਤੀਆਂ ਨੇ, ਸਾਨੂੰ ਇਨਫੋਰਮੇਸ਼ਨ ਦਿੱਤੀ ਹੈ, ਅਸੀਂ ਤੁਹਾਡੇ ਫਾਰਮ ਦੇ ਵਿੱਚ ਕੀ ਭਰਿਆ, ਉਹ ਬਾਏ ਲਾ ਅਸੀਂ ਤੁਹਾਨੂੰ ਦੇਣਾ ਹੁੰਦਾ। ਹਾਂ ਉਹਦੇ ਤੇ ਇਹ ਆ ਵੀ ਹਾਂ ਜੇ ਉਹ ਕੁਛ ਬਹੁਤਾ ਪੁਰਾਣਾ ਹੋ ਗਿਆ, ਸਾਡੇ ਕੋਲ ਉਹ ਡਿਜੀਟਲ ਫਾਰਮ ਚ ਪਿਆ, ਅਸੀਂ ਤੁਹਾਨੂੰ ਪ੍ਰਿੰਟ ਕਰਕੇ ਦੇਣਾ, ਉਹਦੇ ਕੁਛ ਚਾਰजेस ਅਸੀਂ ਲੈ ਸਕਦੇ ਹਾਂ, ਮਿਨੀਮਲ ਲਾਈ 20-50 ਉਹੀ ਪ੍ਰਿੰਟਿੰਗ ਚਾਰजेस ਜੋ ਹੁੰਦੇ ਆ $20-50 ਹੈ ਨਾ, ਬਟ ਅਸੀਂ ਉਹ ਤੁਹਾਨੂੰ ਦੇਣ ਤੋਂ ਨਾ ਨਹੀਂ ਕਰ ਸਕਦੇ। ਜੇ ਅਸੀਂ ਨਾ ਕਰਦੇ ਹਾਂ ਤਾਂ ਜਿਹੜੀ ਸਾਡੀ ਉੱਪਰ ਆਰਗੇਨਾਈਜੇਸ਼ਨ ਆ, ਜਿਹੜਾ ਸਾਡਾ ਕਾਲਜ ਆ, ਤੁਸੀਂ ਉਹਨਾਂ ਨੂੰ ਜਿੱਦੇ ਮਰਜ਼ੀ ਕਹੋ, ਉਹ ਮੈਨੂੰ ਸਵਾਲ ਪੁੱਛਣਗੇ ਵੀ ਹਾਂ ਇਹਨਾਂ ਦਾ ਮਟੀਰੀਅਲ ਕਿੱਥੇ ਆ ਤੇ ਤੂੰ ਦਿੰਦਾ ਕਿਉਂ ਨਹੀਂ। ਠੀਕ ਹੈ ਬਾਈ ਜੀ, ਠੀਕ ਹੈ ਬਾਈ ਜੀ। ਅਸੀਂ ਤਾਂ ਆਖਰ ਦੇ ਵਿੱਚ ਇਹੀ ਕਵਾਂਗੇ ਕਿ ਰਿਜ਼ਲਟ ਆਉਣ, ਸਾਰਿਆਂ ਨੂੰ ਫਾਇਦਾ, ਠੀਕ ਹੈ, ਤੇ ਸਾਰਿਆਂ ਦੇ ਜਿਹੜੇ ਕਾਫੀ ਟਾਈਮ ਤੋਂ ਅਲੱਗ-ਅਲੱਗ ਹੋ ਕੇ ਬੈਠੇ ਆ ਸੋ ਇਕੱਠੇ ਹਨ, ਤੇ ਸਾਡਾ ਤਾਂ ਅਸੀਂ ਤਾਂ ਪੂਰਾ ਜ਼ੋਰ ਲਾ ਰਹੇ ਹਾਂ। ਸੋ ਬਾਈ ਜੀ ਮੈਂ ਲੋਕਲ MPs ਨੂੰ, ਜਿਹੜੇ ਲੋਕਲ ਸਰਵੇ ਦੇ MP, ਉਹਨਾਂ ਨੂੰ ਵੀ ਮੈਂ 2-4 ਇਸ ਚੀਜ਼ ਤੇ ਕਰ ਚੁੱਕਿਆ ਬਾਈ ਜੀ, ਪਰ ਉਹਨਾਂ ਦਾ ਇੱਕ ਹੀ ਰਿਪਲਾਈ ਹੁੰਦਾ ਵੀ ਅਸੀਂ ਕਰ ਰਹੇ ਹਾਂ। ਦੇਖੋ ਅਸਲ ਚ ਸਿਮਰ ਇਹਦੇ ਚ ਹੁਣ ਦੋ ਚੀਜ਼ਾਂ ਨੇ ਵੀ ਆਪਾਂ ਕਿਤੇ ਨਾ ਕਿਤੇ ਮੰਨਦੇ ਹਾਂ ਵੀ ਕਿਉਂਕਿ ਸਾਡਾ ਰੋਜ਼ ਵਾਹ ਪੈਂਦਾ ਆ ਵੀ IRCC ਕਿਵੇਂ ਕੰਮ ਕਰ ਰਹੀ ਆ, ਵੀ ਕਿਤੇ ਨਾ ਕਿਤੇ ਸਲੈਕ ਵੀ ਹੈਗਾ, ਢਿੱਲ ਹੈਗੀ ਆ, ਪਰ ਉਹਨਾਂ ਕੋਲ ਢਿੱਲ ਦਾ ਬਹਾਨਾ ਇਸ ਟਾਈਮ ਤੇ। ਕੋਵਿਡ ਤੋਂ ਉੱਪਰ ਦੀ ਚੀਜ਼ ਅੱਜ ਤੱਕ ਦੁਨੀਆ ਨੇ ਦੇਖੀ ਨਹੀਂ, ਤੇ ਉਹਨਾਂ ਕੋਲੇ ਉਹ ਕਹਿ ਲਓ ਵੀ ਉਹ ਜਿਹਨੂੰ ਲਾਅ ਚ ਕਹਿ ਦਿੰਦੇ ਨੇ LEB ਆ, ਉਹਨਾਂ ਕੋਲੇ ਹੈਗਾ ਵੀ ਹਾਂ ਸਾਡਾ ਕੋਵਿਡ ਚੱਲ ਰਿਹਾ ਜੀ, ਅਸੀਂ ਕੀ ਕਰੀਏ। ਦੂਜਾ ਫਿਰ ਅਫਗਾਨਿਸਤਾਨ ਨੂੰ ਇਹਨਾਂ ਨੇ ਪ੍ਰਾਇਰਟੀ ਦੇਣੀ ਸੀ, ਉਹ ਗਵਰਨਮੈਂਟ ਦੀ ਪਾਲਿਸੀ ਸੀ, ਉਹ ਵੀ ਉਹਨਾਂ ਕੋਲੇ ਹੈਗੀ ਆ। ਸੋ ਇਹ ਆ ਵੀ ਆਪਣੇ ਹੱਥ ਦੇ ਵਿੱਚ ਇਸ ਟਾਈਮ ਦੇ ਉੱਪਰ ਉਸ ਪੱਖ ਤੋਂ ਕੁਝ ਜ਼ਿਆਦਾ ਹੈ ਨਹੀਂ, ਤੇ ਉਹ MPs ਦੇ ਹੱਥ ਦੇ ਵਿੱਚ ਵੀ ਹੈ ਨਹੀਂ, ਕਿਉਂਕਿ ਕੰਮ ਤਾਂ ਜਿਹੜਾ ਦੇਖੋ ਜੀ ਉਹ ਜਿਹੜਾ ਆਫਿਸਰ ਕਿਤੇ ਬੈਠਾ ਹੈ ਆਫਿਸ ਦੇ ਵਿੱਚ ਉਹਨੇ ਕਰਕੇ ਦੇਣਾ, ਠੀਕ ਹੈ। MP ਵੱਧ ਤੋਂ ਵੱਧ ਉਹਨੂੰ ਰਿਕੁਐਸਟ ਪਾ ਸਕਦਾ, ਉਹਨੇ ਚੱਕ ਕੇ ਉਹਨੂੰ ਕਹਿ ਦੇਣਾ ਜੀ ਇਨ ਪ੍ਰੋਸੈਸਿੰਗ, ਠੀਕ ਹੈ। MP ਦਾ ਇਹ ਤੋਂ ਉੱਪਰ ਉਹਦੇ ਚ ਕੋਈ ਹੱਥ ਹੋਣਾ ਹੀ ਨਹੀਂ। ਤੇ ਉਹ ਇਹ ਆ ਵੀ ਹਾਂ ਵੀ ਠੀਕ ਆ, ਉਹਨਾਂ ਦੀ ਗਵਰਨਮੈਂਟ ਆ, ਉਹ ਫਿਰ ਕਹਿ ਲਓ ਵੀ ਅਨਅਫੀਸ਼ੀਅਲੀ ਸ਼ੇਨ ਫਰੇਜ਼ਰ ਨੂੰ ਕਹਿੰਦੇ ਆ ਵੀ ਯਾਰ ਕਰ ਕੁਛ, ਸਾਨੂੰ ਲੋਕ ਸਵਾਲ ਪੁੱਛਦੇ ਆ। ਸੋ ਸਵਾਲ ਪੁੱਛਣੇ ਜ਼ਰੂਰੀ ਨੇ, ਮੈਂ ਤਾਂ ਇਨਕਰੇਜ ਕਰਦਾ ਵੀ ਜਿਹੜੇ ਵੀ ਇੱਥੇ ਨੇ ਉਹ ਮੇਲਾਂ ਇਹੋ ਜਿਹੀਆਂ ਕਰਿਆ ਕਰੋ ਵੀ ਹਾਂ ਕੀ ਚੱਲ ਰਿਹਾ। ਤਾਂ ਕਰਕੇ ਇਹ ਆ ਵੀ ਭਾਵੇਂ ਤੁਹਾਡਾ MP ਵਿਰੋਧੀ ਪਾਰਟੀ ਦਾ ਕਿਉਂ ਨਾ ਹੋਵੇ, ਕੰਜ਼ਰਵੇਟਿਵ ਕਿਉਂ ਨਾ ਹੋਵੇ, NDP ਦਾ ਕਿਉਂ ਨਾ ਹੋਵੇ, ਕਿਉਂਕਿ ਉਹਦੇ 'ਚ ਫਾਇਦਾ ਇਹ ਆ ਵੀ ਉਹਨਾਂ ਨੂੰ ਇੱਕ ਮੁੱਦਾ ਮਿਲ ਜਾਂਦਾ ਤੇ ਉਹ ਆਪਣਾ ਮੁੱਦਾ ਜਾ ਕੇ ਪਾਰਲੀਮੈਂਟ ਦੇ ਵਿੱਚ ਰੌਲਾ ਪਾਉਂਦੇ ਨੇ। ਸੋ ਰੌਲਾ ਪਾਉਣਾ ਜ਼ਰੂਰੀ ਆ ਜੀ। ਬਾਈ ਜੀ ਬਹੁਤ ਵੱਡੀ ਗੱਲ ਕਹਿਤੀ ਵੀ ਰੌਲਾ ਪਾਉਣਾ ਜ਼ਰੂਰੀ ਆ। ਸੋ ਇੰਡੀਆ ਵਾਲਾ ਸਿਸਟਮ ਨਹੀਂ ਹੈ ਇੱਥੇ ਜਵਾਬਦੇਹੀ ਹਰੇਕ ਬੰਦੇ ਦੀ ਆ, ਵੱਡੇ ਤੋਂ ਲੈ ਕੇ ਛੋਟੇ ਤੱਕ ਦੀ, ਤੇ ਛੋਟੇ ਤੋਂ ਲੈ ਕੇ ਵੱਡੇ ਤੱਕ ਦੀ ਜ਼ਿੰਮੇਵਾਰੀ ਆ। ਸੋ ਬਾਕੀ ਢਿੱਲੋਂ ਸਾਹਿਬ ਇੱਕ ਚੀਜ਼ ਹੋਰ ਦੱਸ ਦਿਓ ਕਿ ONIP ਦਾ ਜਾਣੀ ਕਿ ਹੁਣ ਕਾਫੀ ਦਿਨਾਂ ਤੋਂ ਡਿਲੇ ਹੋ ਰਿਹਾ ਸਾਰਾ ਕੁਝ, ਤੇ ਉਹ ਆਪਾਂ ਲੈ ਕੇ ਆਵਾਂਗੇ। ਸੋ ਉਹ ਤੋਂ ਪਹਿਲਾਂ ਬਾਈ ਜੀ ਤੁਹਾਨੂੰ ਇੱਕ ਬੇਨਤੀ ਹੈ ਕਿ ਅਗਲੀ ਵੀਡੀਓ ਦੇ ਵਿੱਚ ਤੁਸੀਂ ਆਪਦੀ PC ਦੀ ਸਕਰੀਨ ਸ਼ੇਅਰ ਕਰਕੇ ਜਿਹੜਾ NOC AOB ਲੈਵਲ ਵਾਲਾ ਸਿਸਟਮ ਆ ਉਹ ਸਾਨੂੰ ਜ਼ਰੂਰ ਸਮਝਾਇਓ, ਤੇ ਉਹਦੇ ਲਈ ਮੈਨੂੰ ਲੱਗਦਾ ਵੀ ਤੁਹਾਡੀ ਪਰਮਿਸ਼ਨ ਲੈਣੀ ਜ਼ਰੂਰੀ ਹੈ ਕਿ ਤੁਸੀਂ ਦੱਸੋਗੇ ਇਸ ਚੀਜ਼ ਬਾਰੇ। ਨਹੀਂ ਕੋਈ ਪ੍ਰੋਬਲਮ ਨਹੀਂ ਜੀ, ਬਿਲਕੁਲ ਆਪਾਂ ਦੱਸਾਂਗੇ, ਤੇ ਤੁਸੀਂ ਜਦੋਂ ਕਹੋਗੇ ਆਪਾਂ ਬਿਲਕੁਲ ਉਹਨੂੰ ਕਰ ਲੈਂਦੇ ਹਾਂ, ਤੇ ਜਿਵੇਂ ਵੀ ਹੋਊਗਾ ਤੇ OINP ਵਾਲਾ ਵੀ ਆਪਾਂ ਕਰ ਲਾਂਗੇ, ਕਿਉਂਕਿ OINP ਦੀ ਇਹ ਆ ਵੀ ਹੁਣ CEC ਦੀ ਅਨਪ੍ਰੈਡਿਕਟੇਬਿਲਿਟੀ ਕਰਕੇ ਉਹਦੇ ਤੇ ਲੋਕਾਂ ਦੇ ਵਿੱਚ ਭੁਲੇਖੇ ਬਹੁਤ ਨੇ। ਮੈਂ ਬਹੁਤ ਟਰਾਈ ਕੀਤੀ ਆ, ਹਰ ਪਲੇਟਫਾਰਮ ਤੇ ਕੀਤੀ ਆ, ਮੈਂ ਦੱਸਾਂ ਲੋਕਾਂ ਨੂੰ ਵੀ ਆਹ ਇਨਫੋਰਮੇਸ਼ਨ ਹੈ, ਪਰ ਉਹ ਕਿਉਂਕਿ ਥੋੜਾ ਜਿਹਾ ਡਿਫਰੈਂਟ ਸਿਸਟਮ ਹੈ, ਉਹ ਸਮਝ ਘੱਟ ਆਉਂਦਾ। ਵੀ ਆਪਾਂ ਟਰਾਈ ਕਰਾਂਗੇ ਵੀ ਆਪਾਂ ਹੋਰ ਜਿੰਨਾ ਉਹਦੇ ਬਾਰੇ ਦੱਸ ਸਕੀਏ। ਠੀਕ ਹੈ ਬਾਈ ਜੀ, ਤੁਸੀਂ ਆਏ, ਤੁਸੀਂ ਟਾਈਮ ਕੱਢਿਆ, ਤੇ ਧੰਨਵਾਦ ਕਰਦਾ ਮੈਂ ਤੁਹਾਡਾ, ਤੇ ਖੁਸ਼ ਰਹੋ ਆਲਵੇਜ਼, ਠੀਕ ਹੈ, ਤੇ ਇਦਾਂ ਹੀ ਬਣੇ ਰਹੋ। ਸੋ ਬਾਕੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਸਰ ਜੀ ਤੁਹਾਡੇ ਨਾਲ, ਬਾਈ ਜੀ ਤੁਹਾਡੇ ਨਾਲ, ਤੇ ਉਦੋਂ ਤੱਕ ਦੇ ਲਈ ਕੋਈ ਜਾਂਦੇ ਇੱਕ ਮੈਸੇਜ ਛੱਡ ਦਿਓ ਜਿਹੜੇ ਚੋਬਰ ਦੇਖਦੇ ਆ। ਸੋ ਮੈਸੇਜ ਜਿਹੜਾ ਮੇਰਾ ਹਰ ਵਾਰੀ ਹੁੰਦਾ ਜੀ, ਇਸ ਵਾਰੀ ਆਪਾਂ ਜਿਵੇਂ ਤੁਸੀਂ ਅਨਆਥੋਰਾਈਜ਼ਡ ਏਜੰਟ ਵਾਲੀ ਗੱਲ ਕਰਦੇ ਸੀ, ਸੋ ਮੈਂ ਦੇਖੋ ਇਹ ਕਹਿਣਾ ਵੀ ਆਪਾਂ ਕਿਸੇ ਦਾ ਦਿਮਾਗ ਨਹੀਂ ਬਦਲ ਸਕਦੇ ਹੁੰਦੇ, ਨਾ ਆਪਣਾ ਕੰਮ ਕਿਸੇ ਨੂੰ ਪ੍ਰੈਸ਼ਰਾਈਜ਼ ਕਰਨਾ, ਨਾ ਆਪਣਾ ਕੰਮ ਕਿਸੇ ਨੂੰ ਇਹ ਕਹਿਣਾ ਵੀ ਤੂੰ ਉਹ ਤੋਂ ਲਵਾ ਲਾ। ਮੈਂ ਹਮੇਸ਼ਾ ਇੱਕੋ ਹੀ ਗੱਲ ਕਹਿਣਾ ਹੁੰਦਾ ਵੀ ਜੀ ਤੋਂ ਤੁਹਾਡਾ ਜੀ ਕਰਦਾ ਤੁਸੀਂ ਉਹਦੇ ਤੋਂ ਲਵਾਓ,
ਤੁਸੀਂ ਅਨਆਥੋਰਾਈਜ਼ਡ ਕੋਲੇ ਜਾਣਾ, ਜਾਓ, ਐਡਾ ਵੱਡਾ ਰਿਸਕ ਲੈਣਾ, ਤੁਹਾਡੀ ਫਾਈਲ ਆ, ਮੇਰਾ ਕੀ ਜਾਣਾ, ਮੈਂ ਤਾਂ ਉਰੇ ਬੈਠਾ, ਆਪਣੇ ਕੋ ਕੰਮ ਦਾ ਘਾਟਾ ਨਹੀਂ ਪੈਣਾ ਉਸ ਚੀਜ਼ ਨਾਲ, ਰਾਈਟ। ਸਹੀ ਹੈ ਸਹੀ ਹੈ। ਬਟ ਇਹ ਆ ਵੀ ਤੁਸੀਂ ਦੇਖੋ ਵੀ ਉਹ ਤੁਹਾਡੀ ਜ਼ਿੰਦਗੀ ਦਾ ਸਵਾਲ ਆ। ਤੁਸੀਂ ਪਹਿਲਾਂ ਇੱਥੇ ਤੁਹਾਡੇ ਸਪਾਊਸ ਦੇ ਉੱਪਰ ਕਹਿ ਲਓ ਵੀ 15-16 ਲੱਖ ਡਾਲਰ ਰੁਪਈਆ ਜੋ ਵੀ ਆ ਲਾਈ ਬੈਠੇ ਹੋ। ਉਹ ਤੋਂ ਬਾਅਦ ਇਹ ਆ ਵੀ ਤੁਸੀਂ ਇੰਨੇ ਟਾਈਮ ਤੋਂ ਦੂਰ ਬੈਠੇ ਹੋ। ਹੁਣ ਆਪਾਂ ਨੂੰ ਪਤਾ ਹੀ ਆ ਜੋ ਇੰਡੀਆ ਦੇ ਵਿੱਚ ਸਿਚੁਏਸ਼ਨ ਹੁੰਦੀ ਆ, ਤੁਸੀਂ ਫੰਡ ਨੇ ਜਿਹੜੇ ਆਪਣੇ ਬੈਂਕਾਂ ਦੇ ਵਿੱਚ ਰੋਕ ਕੇ ਬੈਠੇ ਹੋ, ਤੁਸੀਂ ਕੋਈ ਕੰਮ ਕਰਨਾ ਸੀ ਉਹ ਨਹੀਂ ਹੋ ਰਿਹਾ, ਕਿਸੇ ਪਾਸਿਓਂ ਵਿਆਜ ਚੱਲ ਰਿਹਾ, ਤੇ ਉਹ ਸਾਰੀਆਂ ਚੀਜ਼ਾਂ ਤੇ ਤੁਸੀਂ ਮਤਲਬ 30-40-50 ਲੱਖ ਰੁਪਏ ਦੇ ਥੱਲੇ ਆਲਰੇਡੀ ਹੈਗੇ ਹੋ। ਤੇ ਫਿਰ ਜਦ ਵਾਰੀ ਕਿਸੇ ਕੰਸਲਟੈਂਟ ਨੂੰ ਕੰਸਲਟ ਕਰਨ ਦੀ ਜਾਂ ਕਿਸੇ ਕੰਸਲਟੈਂਟ ਆਥੋਰਾਈਜ਼ ਨੂੰ ਪੈਸੇ ਦੇਣ ਦੀ ਆਉਂਦੀ ਆ, ਉੱਥੇ ਸਮਝੋ ਬਾਹਰ ਗੱਲ ਆ ਮੇਰੇ ਵੀ ਉਸ 1.5-2 ਲੱਖ ਰੁਪਏ ਨਾਲ ਵੀ ਕਿੰਨਾ ਕੁ ਫਰਕ ਪੈ ਜਾਂਦਾ। ਕਿਉਂਕਿ ਦੇਖੋ ਪੈਸੇ ਅਨਆਥੋਰਾਈਜ਼ਡ ਵੀ ਉਨਾ ਹੀ ਲੈ ਲੈਂਦੇ ਨੇ, ਤੇ ਉਹ ਵਾਧੂ ਵੀ ਲੈ ਲੈਂਦੇ ਨੇ। ਹਾਂ, ਉਹ ਇਹ ਜ਼ਰੂਰ ਕਹਿ ਸਕਦੇ ਆ ਵੀ ਅਸੀਂ ਬਾਅਦ ਚ ਲਵਾਂਗੇ, ਤੇ ਉਹ ਵੀ ਮੈਂ ਕਲੀਅਰ ਕਰ ਦਿੰਦਾ ਵੀ ਮੈਨੂੰ ਬਾਅਦ ਦੇ ਲੈਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਣੀ ਸੀ। ਬਟ ਦੁਬਾਰੇ ਫੇਰ ਆਪਾਂ ਬਾਏ ਲਾਅ ਤੇ ਜਾਂਦੇ ਆ ਵੀ ਜਿਹੜਾ ਕਾਲਜ ਆ, ਜਿਹੜਾ ਕੈਨੇਡਾ ਦਾ ਲਾਅ ਹੈ, ਉਹ ਇਹ ਕਹਿੰਦਾ ਵੀ ਅਸੀਂ ਕੰਟੀਨਜੈਂਸੀ ਬਿਲਿੰਗ ਨਹੀਂ ਕਰ ਸਕਦੇ। ਕੰਟੀਨਜੈਂਸੀ ਬਿਲਿੰਗ ਹੁੰਦੀ ਆ ਵੀ ਅਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਜਿੱਦੇ ਤੇਰਾ ਵੀਜ਼ਾ ਆ ਗਿਆ ਉਦੇ ਪੈਸੇ ਦੇ ਦੀ। ਇਹ ਅਨਲਾਫੁਲ ਆ। ਇਹ ਕੋਈ ਵੀ ਜਿਹੜਾ ਸਹੀ RCIC ਹੈ ਉਹ ਤੁਹਾਨੂੰ ਕਦੇ ਨਹੀਂ ਕਹੂਗਾ ਵੀ ਸਾਨੂੰ ਬਾਅਦ ਦੇ ਵਿੱਚ ਵੀਜ਼ਾ ਆਉਣ ਤੋਂ ਪੈਸੇ ਦੇ ਦੀ। ਸੋ ਬਾਏ ਲਾ ਅਸੀਂ ਨਹੀਂ ਕਰ ਸਕਦੇ। ਸੋ ਮੈਂ ਇਹ ਕਦੇ ਨਹੀਂ ਕਰੂੰਗਾ, ਭਾਵੇਂ ਬਿਜ਼ਨਸ ਜਿੰਨਾ ਆਉਂਦਾ ਆਵੇ, ਨਾ ਆਉਂਦਾ ਨਾ ਆਵੇ, ਆਪਾਂ ਲਾ ਦੇ ਵਿੱਚ ਰਹਿ ਕੇ ਕੰਮ ਕਰਨਾ। ਠੀਕ ਹੈ ਜੀ ਬਾਈ ਜੀ, ਬਹੁਤ ਵਧੀਆ ਵਿਚਾਰ ਦਿੱਤੇ। ਤੇ ਤੁਸੀਂ ਹੁਣ ਆਪਾਂ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ, ਤੇ ਬਾਕੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਨੌਕ ਤੇ ONIP ਦੇ ਵਿੱਚ ਜ਼ਰੂਰ ਗੱਲ ਕਰਾਂਗੇ। ਤੇ ਬਾਕੀ ਜਿਹੜੇ ਆ ਸਾਡੀਆਂ ਹੌਟਲਾਈਨਸ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤੇ ਹੋਏ ਲਿੰਕ ਆ, ਉਹਨਾਂ ਤੇ ਜਾ ਕੇ ਤੁਸੀਂ ਬੁੱਕ ਕਰ ਸਕਦੇ ਹੋ। ਤੇ ਪਰ $100 ਬਾਈ ਦਾ ਚਾਰਜ ਆ, ਠੀਕ ਹੈ, ਕੰਸਲਟੇਸ਼ਨ ਦਾ। ਸਹੀ ਹੈ ਨਾ ਬਾਈ ਜੀ? ਦੱਸਿਆ ਚੰਗਾ, ਮੁੜ ਕੇ ਐਵੇਂ ਬਿਲਕੁਲ ਬਾਈ ਜੀ, ਜੁੱਤੋ ਜੁੱਤੀ ਹੁੰਦੇ ਫਿਰੀਏ, ਕੋਈ ਫਾਇਦਾ ਥੋੜੀ ਆ ਵੀ ਹਾਂ ਬਾਈ ਮੈਨੂੰ ਦੱਸਿਆ ਨਹੀਂ। ਠੀਕ ਹੈ, ਜੇ ਜੈਨੂਨ ਸਲਾਹ ਲੈਣੀ ਆ, ਠੀਕ ਹੈ, ਤੁਹਾਨੂੰ ਚੰਗਾ ਲੱਗਦਾ ਠੀਕ ਹੈ, ਨਹੀਂ ਤਾਂ ਤੁਸੀਂ ਆਪਦੇ ਘਰੇ, ਤੇ ਬਾਈ ਜੀ ਹੁਣੀ ਆਪਦੇ ਘਰੇ ਆ, ਬਸ ਚੱਲੀ ਜਾਂਦਾ। ਠੀਕ ਹੈ ਬਾਈ ਜੀ, ਥੈਂਕ ਯੂ ਸੋ ਮਚ, ਤੁਸੀਂ ਆਏ ਆ, ਤੇ ਆਪਾਂ ਇੱਥੇ ਕਰਦੇ ਹਾਂ ਸਮਾਪਤੀ, ਤੇ ਜਿਉਂਦੇ ਵਾਸਤੇ ਰਹੋ ਜੀ। ਓਕੇ ਬਾਈ ਜੀ, ਸਤਿ ਸ੍ਰੀ ਅਕਾਲ।